ਅੱਸੀਆਂ ਸਾਲਾਂ ਦੀ ਬੇਬੇ ਸਾਡੀ ਜਾਂਦੀ ਨਾਰੇ ਲਾਈ ਆਵੇ ਹੁਣ ਜਾਗੋ ਆਈਆ ਸ਼ਾਵਾ ਵੇ ਹੁਣ ਜਾਗੋ ਆਈਆ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਮੁੱਦਾ। ਮੈਂ ਹਾਂ ਮੋਹਿਤ ਰੂਬਲ। ਮੈਂ ਜਤਿੰਦਰ ਸਿੰਘ ਖਹਿਰਾ। ਤੇ ਦੋਸਤੋ, ਅੱਜ 25 ਜਨਵਰੀ ਹੈ ਤੇ ਅੱਜ ਹੈ ਜਾਗੋ, ਕਿਉਂਕਿ ਕੱਲ ਬਰਾਤ ਟੁਕਣੀ ਹੈ ਜਾ ਕੇ ਦਿੱਲੀ ਸਿੰਘੂ ਬਾਰਡਰ। ਵੈਸੇ ਤਾਂ ਸਾਡੇ ਬਰਾਤੀ ਪਹਿਲਾਂ ਹੀ 2 ਮਹੀਨੇ ਤੋਂ ਉੱਥੇ ਮੌਜੂਦ ਨੇ, ਪਰ ਹੋਰ ਵੀ ਕਾਫੀ ਸਾਰੇ ਪੰਜਾਬੀਆਂ ਨੂੰ, ਮੈਂ ਕਹਿੰਦਾ ਸਾਰੇ ਹਰਿਆਣੇ ਵਾਸੀਆਂ ਨੂੰ ਜਿਹੜੇ ਵੀ ਕਿਸਾਨਾਂ ਦੇ ਨਾਲ ਸਮਰਥਨ ਕਰ ਰਹੇ ਨੇ, ਸਾਰਿਆਂ ਨੂੰ ਸੱਦਾ ਪੱਤਰ ਪਹੁੰਚ ਦਿੱਤਾ ਗਿਆ ਕਿ ਹਾਂ ਤੁਸੀਂ ਉੱਥੇ 26 ਜਨਵਰੀ ਨੂੰ ਜ਼ਰੂਰ ਇਸ ਬਰਾਤ ਦੇ ਵਿੱਚ ਸ਼ਾਮਲ ਹੋਣਾ ਹੈ। ਦੋਸਤੋ, ਭਾਵੇਂ ਇਸ ਨੂੰ ਮਜ਼ਾਕ ਦੇ ਰੂਪ ਵਿੱਚ ਵੇਖ ਲਓ, ਭਾਵੇਂ ਸੀਰੀਅਸ ਮੁੱਦਾ ਕਰਕੇ ਦੇਖ ਲਓ, ਕਿਉਂਕਿ ਜਿਹੜੀ ਲੜਾਈ ਚੱਲ ਰਹੀ ਹੈ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਦੇ ਨਾਲ ਕਿ ਹਾਂ ਵੀ ਅਸੀਂ ਆਪਣੇ ਜਿਹੜੇ ਹੱਕ ਨੇ ਉਹ ਲੈਣੇ ਨੇ। ਹੁਣ ਕੋਈ ਭਾਵੇਂ ਇਸ ਨੂੰ ਮਜਬੂਰੀ ਕਹਿ ਲੇ, ਕੋਈ ਭਾਵੇਂ ਹੱਸ ਕੇ ਕਰ ਲੇ, ਕੋਈ ਭਾਵੇਂ ਰੋ ਕੇ ਕਰ ਲੇ, ਪਰ ਜਿਹੜਾ ਸੰਘਰਸ਼ ਹੈ ਉਹ ਦਿਨੋਂ ਦਿਨ ਹੋਰ ਤੇਜ਼ ਹੁੰਦਾ ਜਾ ਰਿਹਾ। ਤੇ 26 ਜਨਵਰੀ ਜੋ ਕਿ ਆਪਣੇ ਆਪ 'ਚ ਬਹੁਤ ਵੱਡਾ ਦਿਨ ਨੇ, ਹੁਣ ਉਸ ਦੀ ਤਿਆਰੀ ਪੂਰੀ ਕਿਸਾਨਾਂ ਨੇ ਕਰ ਲਈ ਹੋਈ ਹੈ। ਵਾਕਈ ਮੋਹਿਤ ਜੀ, ਮੁਕੰਮਲ ਤਿਆਰੀਆਂ ਨੇ। ਔਰ ਤੁਹਾਡੀਆਂ ਜਿਹੜੀਆਂ ਲਾਈਨਾਂ ਨੇ, 80 ਸਾਲਾਂ ਦੀ ਬੇਬੇ ਸਾਡੀ ਜਾਂਦੀ ਨਾਰੇ ਲਾਈ ਆ ਬਈ ਹੁਣ ਜਾਗੋ ਆਈ ਆ। ਔਰ ਤੁਸੀਂ ਜਿਹੜੀ ਗੱਲ ਕੀਤੀ ਸੱਦੇ ਪੱਤਰ ਦੀ, ਤੇ ਦੇਖੋ ਹਰ ਕਿਸੇ ਦਾ ਆਪਣਾ ਤਰੀਕਾ ਆ ਬਿਆਨ ਕਰਨ ਦਾ। ਚਾਹੇ ਉਹ ਕਲਾਕਾਰ ਹੈ, ਚਾਹੇ ਉਹ ਲਿਖਣ ਵਾਲਾ ਹੈ, ਚਾਹੇ ਉਹ ਬੋਲਣ ਵਾਲਾ ਹੈ, ਚਾਹੇ ਉਹ ਪੇਂਟਿੰਗ ਕਰਨ ਵਾਲਾ ਹੈ, ਜਾਂ ਫਿਰ ਕੋਈ ਹੋਰ ਕਿਸੇ ਤਰੀਕੇ ਦੇ ਨਾਲ, ਹਰ ਕੋਈ ਆਪਣਾ ਫਰਜ਼ ਨਿਭਾ ਰਿਹਾ ਹੈ। ਸੋ ਇਹ ਇੱਕ ਤਰੀਕੇ ਨਾਲ ਫਰਜ਼ ਸੀਗਾ ਕਿ ਸੱਦਾ ਪੱਤਰ ਜਿਹੜਾ ਸੀਗਾ ਉਹ ਦਿੱਤਾ ਗਿਆ ਵੀ ਅਸੀਂ ਦਿੱਲੀ ਜਿਹੜਾ ਹੈ ਉਹ ਵਿਆਹੁਣ ਜਾਣਾ ਹੈ ਜੀ, ਤੇ ਤੁਸੀਂ ਜਿਹੜਾ ਹੈ ਤਿਆਰ ਬਰ ਤਿਆਰ ਹੋ ਕੇ ਪਹੁੰਚ ਜਾਣਾ ਜੀ। ਕੱਲ ਦੀ ਜਿਹੜੀ ਗੱਲਾਂ ਆ ਰਹੀਆਂ ਨੇ, ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ, ਤੇ ਇੱਦਾਂ ਲੱਗਦਾ ਕਿ ਅਸੀਂ ਪੰਜਾਬੀ ਗਦ ਹੋ ਗਏ ਹਾਂ। ਜਨੂਨ ਇੰਨਾ ਆਇਆ ਕਿ ਇੱਦਾਂ ਲੱਗ ਰਿਹਾ ਵਾਕਈ ਬਰਾਤ ਜਿਹੜੀ ਆ ਉਹ ਤੁਰ ਗਈ ਆ, ਔਰ ਪਿੱਛੋਂ ਜਿਹੜੇ ਰਹਿ ਗਏ ਨੇ ਉਹ ਕਹਿੰਦੇ ਜੀ ਨਹੀਂ, ਆਪੋ ਆਪਣੇ ਸਾਧਨਾਂ ਤੇ ਹੁਣ ਅਸੀਂ ਵੀ ਜਿਹੜਾ ਹੈ ਹੱਲਾ ਮਾਰ ਲਈਏ ਜੀ। ਇਹ ਇੱਕ ਤਰੀਕੇ ਨਾਲ ਪੰਜਾਬ ਦਾ ਹੀ ਜਨੂਨ ਹੋ ਸਕਦਾ, ਪੰਜਾਬੀ ਉਹ ਕਰ ਸਕਦੇ ਆ, ਔਰ ਪੰਜਾਬ ਤੋਂ ਬਿਨਾਂ ਸ਼ਾਇਦ ਕਿਤੇ ਹੋਰ ਸੰਭਵ ਹੀ ਨਹੀਂ ਹੈ। ਕੱਲ ਜੇ ਅਸੀਂ ਗੱਲ ਕੀਤੀ ਇਕੱਲੇ ਖਨੌਰੀ ਬਾਰਡਰ ਦੀ ਗੱਲ ਕਰੀਏ, ਤੇ 3000 ਦੇ ਕਰੀਬ ਜਿਹੜੇ ਟਰੈਕਟਰ ਨੇ ਉਹ ਖਨੌਰੀ ਬਾਰਡਰ, ਉਹ ਬਾਰਡਰ ਜਿੱਥੇ ਰੋਕਿਆ ਗਿਆ ਸੀ ਸਾਨੂੰ, ਜਿੱਥੇ ਪੰਜਾਬ ਤੇ ਹਰਿਆਣਾ ਮਿਲਦੇ ਨੇ ਔਰ ਦਿੱਲੀ ਵੱਲ ਨੂੰ ਤੁਰਦੇ ਨੇ, ਉਹ ਬਾਰਡਰ ਤੋਂ 3000 ਜਿਹੜੇ ਨੇ ਟਰੈਕਟਰ ਗੱਲੇ ਗਏ ਨੇ। ਹੁਣ ਜੇ 3 ਦੀ ਐਵਰੇਜ ਦੇ ਨਾਲ ਉਹਨਾਂ ਟਰੈਕਟਰਾਂ ਦੇ ਉੱਤੇ 3 ਵੀ ਲੋਕੀ ਲਾ ਲਓ, ਤੇ ਕਿੰਨੇ ਲੋਕ ਜਿਹੜੇ ਨੇ ਉਹ ਦਿੱਲੀ ਪਹੁੰਚ ਗਏ ਨੇ। ਵੱਖਰੀਆਂ ਰਿਪੋਰਟਾਂ ਵੱਖਰੇ ਤਰੀਕੇ ਨਾਲ ਬਿਆਨ ਕਰਦੀਆਂ ਨੇ। ਤੁਸੀਂ ਕੋਈ ਵੀ ਅਖਬਾਰ ਦਾ ਪੰਨਾ ਫਰੋਲ ਕੇ ਦੇਖ ਲਓ, ਕਹਿੰਦੇ ਜੀ ਇਸ ਪਿੰਡ ਤੋਂ ਇੰਨੇ ਟਰੈਕਟਰ ਜਿਹੜੇ ਚਲੇ ਗਏ ਨੇ, ਦੁਆਬੇ ਤੋਂ 200 ਟਰੈਕਟਰ ਚਲਾ ਗਿਆ, 300 ਟਰੈਕਟਰ ਚਲਾ ਗਿਆ। ਹੁਣ ਜਦੋਂ ਰਿਐਲਿਟੀ ਜਿਹੜੀ ਹੈ ਉੱਥੇ ਚੈੱਕ ਕੀਤਾ ਜਾਂਦਾ, ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਕੱਲ ਆਪਣੀ ਪ੍ਰੈਸ ਕਾਨਫਰੰਸ ਵੀ ਕਿਹਾ ਕਿ ਤਕਰੀਬਨ ਸਾਨੂੰ ਲੱਗਦਾ ਹੈ ਕਿ ਇਹ ਜਿਹੜਾ ਬੰਦਾ ਹੈ ਇਹ ਸਾਡੇ ਕੋਲੇ 2 ਤੋਂ 2.5 ਲੱਖ ਦੇ ਵਿਚਕਾਰ ਜਿਹੜਾ ਬੰਦਾ ਪਹੁੰਚ ਗਿਆ ਹੈ। ਔਰ ਉਹ ਕਹਿੰਦੇ ਜੀ ਸੋਨੀਪਤ ਤੱਕ ਤਾਂ ਹੁਣ ਜਿਹੜਾ ਰੋਕਾ ਲੱਗ ਲਿਆ, ਔਰ ਇਸ ਕਰਕੇ ਇਹ ਇੱਕ ਤਰੀਕੇ ਨਾਲ ਦਿੱਲੀ ਫਤਿਹ ਕਰਨ ਦੇ ਲਈ ਇਹ ਪਹਿਲਾ ਪੜਾਅ ਹੈ। ਔਰ ਜਾਗੋ ਜਿਹੜੀ ਵਾਲੀ ਤੁਸੀਂ ਗੱਲ ਕੀਤੀ ਹੈ, ਤੇ ਬਖੂਬ ਜਾਗੋ ਹੈ। ਔਰ ਇਹ ਪੰਜਾਬ ਦੇ ਵਿੱਚ ਅਸੀਂ ਲੰਗਰ ਦੀ ਇੱਕ ਪ੍ਰਥਾ ਚੱਲਦੀ ਹੈ, ਕਹਿੰਦੇ ਜੀ ਪਹਿਲਾਂ ਲੰਗਰ ਤੇ ਫਿਰ ਸੰਗਤ। ਇੱਥੇ ਵੀ ਇਦਾਂ ਹੀ ਆ ਕਿ ਲੰਗਰ ਲਾ ਦਿੱਤੇ ਨੇ, ਭਾਤ ਦੇ ਲੰਗਰ ਪੰਜਾਬ 'ਚ ਲੱਗਦੇ ਨੇ। ਜਦੋਂ ਅਸੀਂ ਹੋਲੇ ਮਹੱਲੇ ਦੀ ਗੱਲ ਕਰਦੇ ਹਾਂ ਜਾਂ ਫਿਰ ਹੋਰ ਵੀ ਕੋਈ ਸਾਡਾ ਪਰਬ ਆਉਂਦਾ ਆ, ਤਾਂ ਅਸੀਂ ਬੜੇ ਲੰਗਰ ਲਾਉਂਦੇ ਹਾਂ। ਔਰ ਹੁਣ ਲੰਗਰ ਜਿਹੜਾ ਹੈ ਇੱਕ ਅਨੋਖੇ ਢੰਗ ਦਾ ਲੰਗਰ ਹੈ। ਪੈਟਰੋਲ ਤੇ ਡੀਜ਼ਲਾਂ ਦੇ ਲੰਗਰ ਜਿਹੜੇ ਕਦੀ ਸੁਣੇ ਸੀ ਤੁਸੀਂ? ਜਿੱਥੇ ਤੁਸੀਂ ਪੈਟਰੋਲ ਦੀ ਕੀਮਤ ਕਹਿੰਦੇ ਆ ਕਿ ਅਸਮਾਨ ਛੂ ਗਈ, ਆਪਾਂ ਹੁਣੇ ਹਲੇ ਗੱਲ ਕਰ ਰਹੇ ਕਿ 97 ਰੁਪਏ ਹੋ ਗਿਆ, ਪ੍ਰੀਮੀਅਮ ਜਿਹੜਾ ਹੈ ਉਹ 100 ਰੁਪਏ ਹੋ ਗਿਆ। ਪਰ ਦੇਖ ਲਓ ਦੂਸਰੇ ਬੰਨੇ ਜਥੇਬੰਦੀਆਂ ਜਿਹੜੀਆਂ ਨੇ, ਉਹ ਜਿਹੜੇ ਦਿੱਲੀ ਨੂੰ ਜਾਂਦੇ ਪੈਟਰੋਲ ਪੰਪ ਨੇ, ਉੱਥੇ ਆਪਣੇ ਬੰਦੇ ਖਿਲਾਰ ਕੇ ਬੈਠੀਆਂ, ਹੱਥ ਜੋੜ ਕੇ ਕਹਿੰਦੇ ਆ ਜੀ ਚਾਹੇ 1 ਲੀਟਰ ਹੀ ਪਵਾ ਲਓ, ਪਰ ਸਾਡੇ ਕੋਲੇ ਪੈਟਰੋਲ ਪਵਾ ਲਓ। ਫਿਰ ਉਹ ਦੂਸਰੇ ਜਿਹੜੇ ਕਹਿੰਦੇ ਆ ਜੀ ਨਹੀਂ ਜੀ, ਅਸੀਂ ਤਾਂ ਭਰ ਕੇ ਲਿਆਂਦਾ ਹੋਇਆ ਆਪਣੀ ਜਿਹੜੀ ਟੈਂਕੀ ਆ ਟਰੈਕਟਰ ਦੀ, ਔਰ ਅਸੀਂ ਜਿਹੜਾ ਹੈ ਨਾਲ ਵੀ ਲੈ ਕੇ ਆਏ ਹਾਂ, ਜੇ ਵਿਆਹ ਦੇ ਵਿੱਚ ਜੇ ਕਿਤੇ ਮੁੱਕ ਗਿਆ ਤੇ ਅਸੀਂ ਆਪਣੇ ਕੋਲੋਂ ਪਾ ਲਾਂਗੇ। ਸੋ ਇਹ ਦੇਖਣ ਵਾਲਾ ਗੱਲ ਹੈ, ਜਨੂਨ ਹੈ। ਜਿਹੜੇ ਲੋਕ ਫੰਡਿੰਗ ਦੀ ਗੱਲ ਕਰਦੇ ਆ, ਵੱਖਵਾਦੀ ਦੱਸਦੇ ਆ, ਆਤੰਕਵਾਦੀ ਦੱਸਦੇ ਆ ਸਾਨੂੰ, ਉਹ ਦੇਖ ਲੈਣ ਕਿ ਅਸੀਂ ਕਿੱਦਾਂ ਆਪਣਾ ਸਭ ਕੁਝ ਵਾਰ ਕੇ ਵੀ ਜਿਹੜਾ ਹੈ ਸਰਮਾਏਦਾਰੀਆਂ ਜਿਹੜੀਆਂ ਨੇ ਉਹ ਪਗਾਉਣਾ ਜਾਣਦੇ ਆ। ਕਿਸੇ ਦੇ ਸਟੇਟਸ ਦੀਆਂ ਮੈਂ ਬੜੀਆਂ ਖੂਬਸੂਰਤ ਲਾਈਨਾਂ ਪੜ੍ਹਦਾ ਸੀਗਾ, ਕਿਉਂਕਿ ਪੰਜਾਬ ਦੇ ਵਿੱਚ ਹੁਣ ਇੱਕ ਤਰੀਕੇ ਨਾਲ ਪਰਬ ਹੋ ਨਿਬੜਿਆ। ਪੰਜਾਬ ਦਾ ਹਰ ਬੰਦਾ ਦਿਮਾਗੀ ਤੌਰ 'ਤੇ ਉੱਥੇ ਹੀ ਹੈ, ਜੋ ਸਰੀਰਕ ਤੌਰ 'ਤੇ ਨਹੀਂ ਪਹੁੰਚਿਆ ਤੇ ਦਿਮਾਗੀ ਤੌਰ 'ਤੇ ਉੱਥੇ ਹੀ ਹੈ। ਤੇ ਮੈਂ ਲਾਈਨਾਂ ਪੜ੍ਹ ਰਿਹਾ ਸੀ, ਕਹਿੰਦੇ ਜੀ ਅਸੀਂ ਉਹ ਪੰਜਾਬੀ ਹਾਂ ਜਿਹੜੇ ਉਗਾਉਣਾ ਵੀ ਜਾਣਦੇ ਆ, ਤੇ ਦੂਸਰੇ ਬੰਨੇ ਉਹਨੇ ਲਿਖਿਆ ਫਿਰ ਇੱਕ ਫੋਟੋ ਪਾ ਕੇ, ਕਹਿੰਦੇ ਜੀ ਅਸੀਂ ਪੁੱਟਣਾ ਵੀ ਜਾਣਦੇ ਆ। ਸੋ ਇਹ ਗੱਲ ਇਹੀ ਆ ਕਿ ਜਿੰਨੇ ਤੁਸੀਂ ਦੇਖੋ, ਤਾਂ ਇੱਕ ਵਾਰ ਹੁੰਦਾ ਨਾ, ਜਿੰਨਾ ਬੰਦਾ ਕੋਮਲ ਕਲਾਮ ਵਾਲਾ ਹੁੰਦਾ ਨਾ, ਜਦੋਂ ਉਹਦੇ ਨਾਲ ਧੱਕਾ ਹੁੰਦਾ ਉਹ ਉਨਾ ਹੀ ਜਿਹੜਾ ਹੈ ਘਾਤਕ ਹੋ ਜਾਂਦਾ ਹੈ। ਹੁਣ ਜਿੱਦਾਂ ਤੁਸੀਂ ਇੱਕ ਜ਼ਮੀਨ ਨੂੰ ਸੁਗੜ ਕੇ, ਜ਼ਮੀਨ ਨੂੰ ਬਣਾ ਕੇ ਇੱਕ ਚੰਗੀ ਚੀਜ਼ ਉਗਾਉਂਦੇ ਹੋ ਨਾ, ਪਰ ਜਦੋਂ ਤੁਹਾਡੀ ਉਸ ਜ਼ਮੀਨ ਨੂੰ ਖੋਇਆ ਜਾਂਦਾ ਹੈ ਤਾਂ ਫਿਰ ਤੁਸੀਂ ਉਨੇ ਹੀ ਘਾਤਕ ਹੋ ਜਾਂਦੇ ਆ। ਇਹ ਇੱਕ ਤਰੀਕੇ ਦੇ ਨਾਲ ਬਹੁਤ ਵੱਡੀ ਜਿੱਤ ਆ। ਕੱਲ ਅਸੀਂ ਦੇਖੀਆਂ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਸੀ, ਦਿੱਲੀ ਪੁਲਿਸ ਜਿਹੜੀ ਹੈ ਉਹਦੀ ਹਾਂ ਮਿਲ ਗਈ, ਤੇ ਇੱਕ ਖੁਸ਼ੀ ਦੀ ਲਹਿਰ ਜਿਹੜੀ ਹੈ ਸਾਡੇ ਵੱਲ ਇੱਦਾਂ ਛਿੜ ਗਈ ਕਿ ਪਤਾ ਨਹੀਂ ਕੀ ਹੋ ਗਿਆ। ਫਿਰ ਉਸ ਤੋਂ ਬਾਅਦ
ਇੱਕ ਹੋਰ ਖਬਰਾਂ ਸਾਡੇ ਕੋਲੇ ਆਉਂਦੀਆਂ ਸੀ ਵੀ ਜਿਸੇ ਹੱਥਾਂ ਨਾਲ ਇਹਨਾਂ ਨੇ ਬੈਰੀਗੇਡ ਲਾਏ ਸੀ ਉਸੇ ਹੱਥਾਂ ਨਾਲ ਇਹ ਬੈਰੀਗੇਡ ਪੁੱਟਣਗੇ। ਇਹ ਬਹੁਤ ਵੱਡੀ ਜਿੱਤ ਹੈ ਪੰਜਾਬੀਆਂ ਦੀ, ਇਹ ਬਹੁਤ ਵੱਡੀ ਜਿੱਤ ਉਹਨਾਂ ਲੋਕਾਂ ਦੀ ਹੈ ਜਿਹੜੇ ਹੱਕ ਸੱਚ ਲਈ ਖੜੇ ਨੇ, ਚਾਹੇ ਉਹ ਹਰਿਆਣੇ ਤੋਂ ਆ ਗਏ ਨੇ, ਚਾਹੇ ਉਹ ਤਮਿਲਨਾਡੂ ਤੋਂ ਪਹੁੰਚੇ ਨੇ, ਚਾਹੇ ਉਹ ਮੱਧ ਪ੍ਰਦੇਸ਼ ਤੋਂ ਪਹੁੰਚੇ ਨੇ, ਚਾਹੇ ਉਹ ਕੇਰਲਾ ਤੋਂ ਜਿਹੜੇ ਪਹੁੰਚੇ ਨੇ, ਜਾਂ ਫਿਰ ਉਹ ਮਹਾਰਾਸ਼ਟਰ ਤੋਂ ਕੱਲ ਇੱਕ ਬੜਾ ਵੱਡਾ ਹਜੂਮ ਜਿਹੜਾ ਸੀ ਲਗਾਤਾਰ ਅਸੀਂ ਫੋਟੋ ਦੇਖਦੇ ਸੀ ਉਹ ਪਹੁੰਚਿਆ ਹੈ। ਇਹ ਪਹਿਲੇ ਪੜਾਅ ਦੀ ਜਿੱਤ ਹੈ ਔਰ ਇਸ ਪੜਾਅ ਤੋਂ ਬਾਅਦ ਅਸੀਂ ਇਹ ਜਿੱਤ ਨੂੰ ਜਿਹੜਾ ਹੈ ਕੱਲ ਦੇ ਜਿਹੜੇ ਪੜਾਅ ਤੱਕ ਵੀ ਬਖੂਬੀ ਤਰੀਕੇ ਦੇ ਨਾਲ ਲੈ ਕੇ ਜਾਣਾ ਆ। ਖੈਰ ਸਾਹਿਬ, ਤੁਸੀਂ ਗੱਲ ਕੀਤੀ ਟਰੈਕਟਰਾਂ ਦੀ, ਤਾਂ ਮੈਂ ਕਹਿੰਦਾ 20,000 ਤੋਂ ਵੱਧ ਟਰੈਕਟਰ ਹੁਣ ਤੱਕ ਜਿਹੜੇ ਨਵੇਂ ਪਿਛਲੇ ਕੁਝ ਦਿਨਾਂ ਵਿੱਚ ਪਹੁੰਚੇ ਨੇ। ਸੋ ਬੜੀ ਵੱਡੀ ਤਾਦਾਦ ਦੇ ਵਿੱਚ ਟਰੈਕਟਰ ਉੱਥੇ ਹੁਮ-ਹੁਮਾ ਕੇ ਪਹੁੰਚ ਰਹੇ ਨੇ। ਤੇ ਜਿਵੇਂ ਅਸੀਂ ਗੱਲ ਕਰ ਰਹੇ ਕਿ ਪੂਰਾ ਵਿਆਹ ਵਾਲਾ ਮਾਹੌਲ ਵੀ ਬਣਿਆ ਹੋਇਆ। ਉਹ ਗੱਲ ਵੱਖਰੀ ਹੈ ਕਿ ਇੱਥੇ ਜਾਗੋ ਜਿਹੜੀ ਅੱਜ ਮਨਾ ਰਹੇ ਆ, ਪਰ ਇਹਨਾਂ ਨੇ ਨਾਕੇ ਪਹਿਲਾਂ ਹੀ ਲਾਤੇ ਸੀਗੇ। ਹੁਣ ਉਹਨੇ ਨਾਕਿਆਂ ਨੂੰ ਚੁੱਕਣਾ ਵੀ ਪੈ ਰਿਹਾ ਕਿਉਂਕਿ ਸਰਕਾਰ ਨੇ ਹੁਕਮ ਦੇ ਦਿੱਤੇ ਨੇ ਕਿ ਹਾਂ ਵੀ ਦਿੱਲੀ ਪੁਲਿਸ ਜਿਹੜੀ ਹੈ ਉਹ ਇਸ ਨੂੰ ਵੇਖੇਗੀ ਤੇ ਦਿੱਲੀ ਪੁਲਿਸ ਨੇ ਵੀ ਇਸ ਨੇ ਹਰੀ ਝੰਡੀ ਦੇ ਦਿੱਤੀ ਹੋਈ ਹੈ। ਜੀ ਖੈਰ ਸਾਹਿਬ, ਤੁਸੀਂ ਗੱਲ ਕੀਤੀ ਕਿ ਵੱਖ-ਵੱਖ ਸੂਬਿਆਂ ਤੋਂ ਜਿਹੜੇ ਕਿਸਾਨ ਨੇ ਉਹ ਉਸ ਅੰਦੋਲਨ ਦਾ ਹਿੱਸਾ ਬਣ ਰਹੇ ਨੇ, ਭਾਵੇਂ ਦਿੱਲੀ ਨਾ ਪਹੁੰਚਣ ਪਰ ਆਪਣੇ ਆਪਣੇ ਸੂਬਿਆਂ ਦੇ ਵਿੱਚ ਆਪਣੇ ਵੱਖਰੇ ਤਰੀਕੇ ਦੇ ਨਾਲ ਇਸ ਅੰਦੋਲਨ 'ਚ ਆਪਣੀ ਹਮਾਇਤ ਕਰ ਰਹੇ ਨੇ ਤੇ ਆਪਣੀ ਹਾਜ਼ਰੀ ਪੂਰੀ ਭਰ ਰਹੇ ਨੇ। ਸੋ ਗੱਲ ਕਰੀ ਮਹਾਰਾਸ਼ਟਰ ਦੀ ਤਾਂ 15,000 ਤੋਂ ਵੱਧ ਕਿਸਾਨ ਉੱਥੇ ਕਿੰਨਾ ਲੰਬਾ ਪੈਂਡਾ ਜਿਹੜਾ ਹੈ ਪੈਦਲ ਤੈਅ ਕਰਦੇ ਨੇ ਤੇ ਕਿਸਾਨਾਂ ਦੇ ਆਵਾਜ਼ ਦੇ ਵਿੱਚ ਆਪਣੀ ਆਵਾਜ਼ ਚੁੱਕਦੇ ਨੇ ਤੇ ਲੋਕਾਂ ਨੂੰ ਦੱਸਦੇ ਨੇ ਕਿ ਬਈ ਜਿਹੜਾ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਨਾ ਉਹ ਸਿਰਫ ਪੰਜਾਬ ਤੇ ਹਰਿਆਣਾ ਤੱਕ ਸੀਮਤ ਨਹੀਂ ਹੈ। ਬੜੇ ਅਲੱਗ-ਅਲੱਗ ਸੂਬੇ ਦੇ ਜਿਹੜੇ ਲੋਕ ਨੇ ਜਿਹੜਾ ਸਮਝਦੇ ਨੇ ਕਿ ਹਾਂ ਵੀ ਇਸ 3 ਖੇਤੀ ਕਾਨੂੰਨਾਂ ਦੇ ਨਾਲ ਕਿੰਨਾ ਘਾਤਕ ਹੋ ਸਕਦਾ ਉਹਨਾਂ ਦਾ ਆਉਣ ਵਾਲਾ ਸਮਾਂ, ਉਹ ਬਖੂਬੀ ਇਸ ਚੀਜ਼ ਨੂੰ ਜਾਣਦੇ ਨੇ, ਤਾਂ ਹੀ ਆਪਣੇ ਅਲੱਗ-ਅਲੱਗ ਇਲਾਕਿਆਂ ਤੋਂ ਜਿਵੇਂ ਮਰਜ਼ੀ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਕਰ ਰਹੇ ਨੇ। ਖੈਰ ਸਭ 15,000 ਕਿਸਾਨ ਜੋ ਪੈਦਲ ਚੱਲ ਰਹੇ ਹੋਣ, ਤੁਸੀਂ ਦ੍ਰਿਸ਼ ਤੁਸੀਂ ਸੋਚ ਸਕਦੇ ਹੋ। ਫੋਟੋਜ਼ ਅਸੀਂ ਸਾਰਿਆਂ ਨੇ ਆਪਣੇ ਸੋਸ਼ਲ ਮੀਡੀਆ ਤੇ ਦੇਖੀ ਹੈ। ਬੜੀ ਲਾਹਨਤ ਵਾਲੀ ਗੱਲ ਹੈ ਕਿ ਜਿਹੜਾ ਗੋਦੀ ਮੀਡੀਆ ਹੈ, ਮੋਦੀ ਮੀਡੀਆ ਹੈ, ਉਸਨੇ ਇੱਕ ਸਿੰਗਲ ਖਬਰ ਸੀਧ ਨਹੀਂ ਦਿੱਤੀ ਕਿ ਕਿਵੇਂ ਮਹਾਰਾਸ਼ਟਰ ਦੇ ਵਿੱਚ 15,000 ਤੋਂ ਵੱਧ ਕਿਸਾਨ ਜਿਹੜਾ ਹੈ ਉਹ ਪੈਦਲ ਚੱਲ ਰਿਹਾ ਹੈ ਤੇ ਅੰਦੋਲਨ ਵਿੱਚ ਆਪਣੀ ਅਗਵਾਈ ਭਰ ਰਿਹਾ। ਦੇਖੋ, ਤੁਸੀਂ ਜਦੋਂ ਗੱਲ ਕਰਦੇ ਹੋ ਕਿਸਾਨ, ਤੁਹਾਡੀ ਇੱਕ ਸੈਂਟੈਂਸ ਦੇ ਵਿੱਚ 3-4 ਵਾਰ ਕਿਸਾਨ ਆ ਗਿਆ ਜੀ। ਹੁਣ ਇਹ ਜਿਹੜਾ ਕਿਸਾਨ ਹੈ ਇਹ ਦੁਨੀਆ ਦੇ ਹਰ ਜ਼ੁਬਾਨ ਦੇ ਉੱਤੇ ਆ, ਚਾਹੇ ਉਹ ਕਿਸੇ ਵੀ ਭਾਸ਼ਾ ਦੇ ਨਾਲ ਸੰਬੰਧਿਤ ਹੋਵੇ, ਚਾਹੇ ਉਹ ਕਿਸੇ ਵੀ ਖਿੱਤੇ ਨਾਲ ਸੰਬੰਧਿਤ ਹੋਵੇ। ਤੇ ਜੇ ਅਸੀਂ ਉੱਥੋਂ ਹਟ ਕੇ ਆਪਣੇ ਭਾਰਤ ਦੇ ਵਿੱਚ ਆ ਜਾਈਏ ਤਾਂ ਹਰ ਭਾਰਤ ਵਾਸੀ ਸੋਚ ਰਿਹਾ ਕਿਸਾਨ ਕੀ ਕਰ ਰਿਹਾ ਜੀ। 2 ਹੀਰੋ ਜਿਹੜੇ ਨੇ ਉਹ ਭਾਰਤ ਵਰਸ਼ ਦੇ ਸਭ ਤੋਂ ਉੱਤਮ ਹੀਰੋ ਨੇ, ਕਿਸਾਨ ਤੇ ਜਵਾਨ। ਨਾ ਤਾਂ ਸਾਡੀ ਸਰਕਾਰ ਜਿਹੜੀ ਹੈ ਉਹ ਲਗਾਤਾਰ ਕਿਸਾਨਾਂ ਬਾਰੇ ਸੋਚ ਰਹੀ ਸੀ ਤੇ ਨਾ ਹੀ ਸਾਡੇ ਜਵਾਨਾਂ ਬਾਰੇ ਇਹਨਾਂ ਨੇ ਚੰਗੇ ਤਰੀਕੇ ਨਾਲ ਸੋਚਿਆ। ਮੈਂ ਪੁਲਵਾਮਾ ਘਟਨਾ ਦੀ ਗੱਲ ਕਰਾਂ, ਚਾਹੇ ਅੱਜ ਉਹਦੇ ਗੱਲ ਕਰਨੀ ਨਹੀਂ ਬਣਦੀ ਕਿਉਂਕਿ ਸਭ ਤੋਂ ਵੱਡਾ ਅਹਿਮ ਜਿਹੜਾ ਮੁੱਦਾ ਹੈ ਉਹ 26 ਜਨਵਰੀ ਹੈ। ਪਰ ਤੁਸੀਂ ਦੇਖ ਲਓ, ਜੇ ਪੁਲਵਾਮਾ ਦੀ ਅਸੀਂ ਗੱਲ ਕਰ ਲਈਏ ਤੇ ਪੁਲਵਾਮਾ ਦੀ ਐਡੀ ਵੱਡੀ ਘਟਨਾ ਕਿੱਦਾਂ ਹੋ ਸਕਦੀ ਹੈ ਜੀ। ਸੋ ਇਸ ਤਰੀਕੇ ਨਾਲ ਸਰਕਾਰਾਂ ਜਿਹੜੀਆਂ ਨੇ ਨਾ ਤਾਂ ਸਾਡੇ ਜਵਾਨ ਦੀ ਕਦਰ ਕਰਦੀਆਂ ਤੇ ਨਾ ਹੀ ਸਾਡੇ ਕਿਸਾਨ ਦੀ ਕਦਰ ਕਰਦੀਆਂ। ਫਿਰ ਕਿਹਾ ਜਾਂਦਾ ਕਿ ਸਮਾਂ ਜਿਹੜਾ ਹੈ ਉਹ ਆਪਣੇ ਆਪ 'ਚ ਪਲਟੂ ਆ, ਉਹ ਆਪਣੇ ਆਪ ਪਲਟਦਾ, ਆਪਣੇ ਆਪ ਨੂੰ ਸਹੀ ਕਰਦਾ। ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਤੁਹਾਡੇ ਛੋਟੇ ਹੁੰਦੇ ਕੋਈ ਜ਼ਖਮ ਹੋ ਜਾਂਦਾ ਸੀ ਨਾ ਤੇ ਉਹ ਥੋੜੇ ਕੁ ਦੇਰ ਰਗੜ ਭਲਾ ਕਿੱਡੀ ਵੱਡੀ ਹੋਵੇ, ਉਹ ਤੀਸਰੇ ਚੌਥੇ ਦਿਨ ਆਪਣੇ ਆਪ ਭਰ ਜਾਂਦੀ ਸੀ, ਪਤਾ ਹੀ ਨਹੀਂ ਲੱਗਦਾ। ਫਿਰ ਅਸੀਂ ਉਸੇ ਹੀ ਛੱਪੜ ਦੇ ਵਿੱਚ ਉਸੇ ਪਸ਼ੂਆਂ ਦੇ ਨਾਲ ਉਸੇ ਹੀ ਬੈਟ ਬੱਲੇ ਦੇ ਨਾਲ ਖੇਡਣਾ ਸ਼ੁਰੂ ਕਰ ਦਿੰਦੇ ਸੀ ਜੀ। ਸਮੇਂ ਦੀ ਵੀ ਇੱਕ ਖਾਸ ਗੱਲ ਇਹ ਆ ਕਿ ਜੇ ਇਹਦੇ ਵਿੱਚ ਜ਼ਿਆਦਾ ਵਿਗਾੜ ਆ ਜਾਵੇ ਨਾ, ਇਹ ਆਪਣੇ ਆਪ ਨੂੰ ਪਲਟ ਲੈਂਦਾ ਆ ਜੀ। ਸੋ ਇਹ ਪਲਟਾ ਜਿਹੜਾ ਹੈ ਦੇਖੋ ਉੱਦਾਂ ਦਾ ਹੀ ਆ। ਪਹਿਲਾਂ ਅਸੀਂ 26 ਜਨਵਰੀ ਜਦੋਂ ਆਉਂਦੀ ਸੀ ਕੀ ਸੋਚਦੇ ਹੁੰਦੇ ਸੀ ਵੀ ਸਟੇਟ ਫੰਕਸ਼ਨ ਕਿੱਥੇ ਹੋਣਾ, ਅੱਛਾ ਕਿਹੜਾ ਲੀਡਰ ਜਿਹੜਾ ਹੈ, ਜਿਹੜਾ ਅੱਜ ਕੱਲ੍ਹ ਟੁੱਚੇ ਜਿਹੇ ਹੋ ਗਏ ਲੀਡਰ, ਕਿ ਉਹ ਕਿਹੜਾ ਲੀਡਰ ਆਉਣਾ ਜਿਹੜਾ ਟੁੱਚਾ ਜਿਹਾ ਲੀਡਰ ਉੱਥੇ ਆ ਕੇ ਝੰਡਾ ਚੜਾਊਗਾ ਤੇ ਚੰਗੀਆਂ ਗੱਲਾਂ ਕਰੂਗਾ, ਚਾਹੇ ਉਹ ਚੰਗਾ ਹੋਵੇ ਚਾਹੇ ਨਾ ਹੋਵੇ, ਉਹ ਪਰੇ ਦੀ ਗੱਲ ਹੈ। ਫਿਰ ਅੱਜ ਦੇਖੋ ਕੌਣ ਸੋਚ ਰਿਹਾ, ਕੀ ਸੋਚ ਰਿਹਾ, ਉਹ ਸੋਚ ਰਹੇ ਜੀ ਕਿਸਾਨ ਜਿਹੜੇ ਨੇ ਉਹ ਕਿੰਨੇ ਪਹੁੰਚ ਗਏ ਨੇ, ਕਿੱਥੇ ਰੈਲੀਆਂ ਕਰਨਗੇ, ਕਿੱਦਾਂ ਹੋ ਗਿਆ, ਇਹਦੇ 'ਚ ਲਾਅ ਐਂਡ ਆਰਡਰ ਕਿੱਦਾਂ ਰਹੂਗਾ। ਇਹ ਸਮਾਂ ਪਲਟ ਗਿਆ। ਗਣਤੰਤਰ ਦਿਵਸ ਜਿਹੜਾ ਹੈ ਇਕੱਲਾ ਸਰਕਾਰਾਂ ਦਾ ਨਹੀਂ ਹੈਗਾ, ਇਹ ਪੂਰੇ ਭਾਰਤ ਵਰਸ਼ ਦਾ ਗਣਤੰਤਰ ਦਿਵਸ ਹੈ। ਤੁਸੀਂ ਜਦੋਂ ਆਪਾਂ ਗੱਲ ਕਰਦੇ ਹਾਂ ਫਰਾਂਸ ਵਰਗੇ ਮੁਲਕਾਂ ਦੀ ਗੱਲ ਕਰ ਲਈਏ, ਚਾਹੇ ਕੈਨੇਡਾ ਵਰਗੇ ਮੁਲਕ ਦੀ ਗੱਲ ਕਰੀਏ, ਅਮਰੀਕਾ ਵਰਗੇ ਮੁਲਕ ਦੀ ਗੱਲ ਕਰ ਲਈਏ, ਜਦੋਂ ਇਹਨਾਂ ਦੇ ਨੈਸ਼ਨਲ ਡੇ ਆਉਂਦੇ ਨੇ, ਚਾਹੇ ਦੁਬਈ ਦੀ ਗੱਲ ਕਰ ਲਈਏ, ਛੋਟਾ ਜਿਹਾ ਮੁਲਕ ਹੈ, ਜਦੋਂ ਇਹਨਾਂ ਦੇ ਨੈਸ਼ਨਲ ਡੇ ਆਉਂਦੇ ਨੇ ਤੇ ਸਾਰਿਆਂ ਦੇ ਨਾ ਇੱਕ ਭਾਵਨਾ ਹੁੰਦੀ ਹੈ। ਪਰ ਮੈਂ ਆਪਣਾ ਪਰਸਨਲੀ ਕਹਿ ਸਕਦਾ ਕਿ ਮੇਰੇ 'ਚ ਜਦੋਂ ਮੈਂ ਸਿਆਣਾ ਹੋ ਗਿਆ, ਜਦੋਂ ਪਹਿਲਾਂ ਸਿਆਣੇ ਨਹੀਂ ਸੀ ਉਦੋਂ ਤਾਂ ਚੱਲ ਗੱਲ ਵੱਖਰੀ, ਜਦੋਂ ਮੈਂ ਸਿਆਣਾ ਹੋ ਗਿਆ ਮੇਰੇ 'ਚ ਉਨੀ ਭਾਵਨਾ ਨਹੀਂ ਰਹੀ ਜੀ। ਉਹ ਮੇਰੇ ਘਰ ਦੇ 'ਚ ਕਈ ਵਾਰ ਦੇਖਣ ਜਾਂਦੇ ਸੀ, ਉਹ ਫਿਰ ਇਹ ਇਸ ਕਰਕੇ ਦੇਖਣ ਜਾਂਦੇ ਸੀ ਕਿ ਸਾਡੇ ਜਵਾਕ ਨੇ ਪਰਫਾਰਮ ਕਰਨਾ ਹੈ ਜੀ, ਅਸੀਂ ਦੇਖਣ ਚੱਲ ਜਾਈਏ, ਜਾਂ ਫਿਰ ਉਹਨਾਂ ਦਾ ਕੋਈ ਹੁੰਦਾ ਸੀ ਕਿ ਮੈਂ ਜਹਾਜ਼ ਜਿਹੜੇ ਆ ਜਾਂ ਕੁਝ ਹੋਰ ਤਰੀਕੇ ਦੇ ਜਿਹੜੇ ਸਾਡੇ ਇੰਟਰਸਟ ਹੈ ਉਹ ਵੇਖਣ ਜਾਂਦੇ ਸੀਗੇ ਜੀ। ਇੱਕ ਜਿਹੜਾ ਤਰੀਕਾ ਹੁੰਦਾ ਕਿ ਸਾਡੀ ਭਾਵਨਾ ਹੋਵੇ ਉਸ ਨੈਸ਼ਨਲ ਡੇ ਦੇ ਲਈ, ਉਹ ਨਹੀਂ ਸੀ। ਜਦੋਂ ਨੈਸ਼ਨਲ ਡੇ ਲਈ ਭਾਵਨਾ ਹੁੰਦੀ ਨਾ, ਹਜੂਮ ਦਾ ਹਜੂਮ ਨਿਕਲਦਾ। ਤੁਸੀਂ ਦੇਖ ਲਓ ਜੀ, ਜੇ ਚਾਹੇ ਅਸੀਂ ਜਲੰਧਰ ਦੀ ਗੱਲ ਕਰ ਲਈਏ, ਚਾਹੇ ਪੰਜਾਬ ਦੀ ਗੱਲ ਕਰ ਲਈਏ, ਤੇ ਕਿੰਨੇ ਕੁ ਲੋਕ ਜਾਂਦੇ ਸੀ, ਥੋੜ੍ਹੇ ਲੋਕ ਜਾਂਦੇ ਨੇ। ਪਰ ਜਦੋਂ ਤੁਸੀਂ ਅਮਰੀਕਾ ਕੈਨੇਡਾ ਵਰਗੇ ਨੈਸ਼ਨਲ ਡੇ ਦੀ ਗੱਲ ਕਰਦੇ ਹੋ ਤਾਂ ਲੱਖਾਂ ਹੀ ਲੋਕ, ਕਰੋੜਾਂ ਹੀ ਲੋਕ ਹੁੰਦੇ ਨੇ, ਝੰਡੇ ਫੜੀ ਹੁੰਦੇ ਨੇ ਔਰ ਕਹਿੰਦੇ ਵੀ ਨਹੀਂ ਅੱਜ ਸਾਡਾ ਦੇਸ਼ ਬਣਿਆ ਸੀ, ਇਹਨੇ ਸਾਨੂੰ ਦੇਸ਼ ਨੇ ਬਹੁਤ ਕੁਝ ਦਿੱਤਾ ਜੀ।
ਸੋ ਉਹ ਭਾਵਨਾ ਜਿਹੜੀ ਸੀ ਉਹ ਖਤਮ ਹੋ ਗਈ ਹੈ। ਮੈਂ ਕੱਲ ਪਰਸੋਂ ਉਹ ਖਬਰ ਇੱਕ ਆਈ ਆ ਜੀ, ਕਹਿੰਦੇ ਜੀ ਕਰੋਨਾ ਕਰਕੇ ਜਿਹੜੇ ਨੇ ਉਹ VVIPs ਬਸ ਅਲਾਉਡ ਨੇ, ਜਿਨ੍ਹਾਂ ਨੂੰ ਟਿਕਟ ਮਿਲੂਗੀ, ਜਿਨ੍ਹਾਂ ਨੂੰ ਇਨਵੀਟੇਸ਼ਨ ਆਊਗਾ ਉਹ ਅਲਾਉਡ ਨੇ, ਜਾਂ ਤੁਸੀਂ ਟਿਕਟ ਲੈ ਕੇ ਦੇਖ ਸਕਦੇ ਹੋ। ਬਈ ਹੁਣ ਆਪਣਾ ਗਣਤੰਤਰ ਦਿਵਸ ਦੇਖਣ ਲਈ ਵੀ ਸਾਨੂੰ ਟਿਕਟ ਲੈਣੀ ਪੈਂਦੀ ਹੈ। ਸੋ ਉਹ ਮੁਲਕ ਹੈ। ਤਾਂ ਦੂਸਰੇ ਬੰਨੇ ਉਹ ਕਹਿੰਦੇ ਜੀ ਫਿਰ ਆ ਟਰੈਕਟਰ ਵਾਲੀ ਗਣਤੰਤਰ ਪਰੇਡ ਆ ਜਿਹੜੀ ਉਹ ਸਾਡੀ ਆਪਣੀ ਆ, ਜਿਹੜਾ ਮਰਜ਼ੀ ਦਿੱਲੀ ਵਾਲਾ ਦੇਖੇ, ਦਿੱਲੀ ਤੋਂ ਜਾ ਕੇ ਸ਼ਾਇਦ ਜਿਹੜਾ ਪਿਸ਼ੌਰ ਵਾਲਾ ਉਹ ਵੀ ਦੇਖ ਲਵੇ, ਸਾਨੂੰ ਤਾਂ ਕੋਈ ਜਿਹੜਾ ਹੈ ਉਹਦੇ 'ਚ ਕੋਈ ਮੰਦਭਾਗਾ ਨਹੀਂ। ਸੋ ਸਮਾਂ ਪਲਟਿਆ, ਔਰ ਸਮਾਂ ਪਲਟਿਆ ਮੈਨੂੰ ਲੱਗਦਾ ਹੁੰਦਾ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਕੋਈ ਕੁਦਰਤ ਜਿਹੜੀ ਹੈ ਉਹ ਆਪ ਮੁਹਾਰੇ ਬੋਲਦੀ ਆ ਵੀ ਬਈ ਹੁਣ ਸਮਾਂ ਆ ਗਿਆ ਇਸ ਹਾਰਡ ਲਾਈਨਰ ਨੂੰ, ਇਸ ਹਿਪੋਕ੍ਰੇਸੀ ਨੂੰ, ਇਸ ਡਿਕਟੇਟਰਸ਼ਿਪ ਨੂੰ ਤੋੜਨ ਦਾ। ਜੀ ਖੈਰ ਸਾਹਿਬ, ਤੁਸੀਂ ਗੱਲ ਕੀਤੀ ਕਿ ਜਿਹੜਾ 26 ਜਨਵਰੀ ਹੈ ਉਹ ਬੜਾ ਸੋਹਣਾ ਖੂਬਸੂਰਤੀ ਨਾਲ ਉਹਨਾਂ ਨੇ ਪਲਾਨ ਕੀਤਾ, ਐਂਡ ਵਾਕਈ ਅਸੀਂ ਸੋਸ਼ਲ ਮੀਡੀਆ ਤੇ ਕਿੰਨੀਆਂ ਸਾਰੀਆਂ ਫੋਟੋਸ ਤੇ ਵੀਡੀਓਜ਼ ਦੇਖ ਸਕਦੇ ਹਾਂ ਕਿ ਕਿਵੇਂ ਸਾਡੇ ਸਾਰੇ ਜਿਹੜੇ ਪੰਜਾਬੀ ਨੇ, ਹਰਿਆਣਾ ਵਾਸੀ ਨੇ, ਜਿਹੜਾ ਇਸ ਅੰਦੋਲਨ ਵਿੱਚ ਸ਼ਾਮਿਲ ਹੋ ਰਿਹਾ, ਕਿੰਨੇ ਜੋਸ਼ੋ ਖਰੋਸ਼ ਦੇ ਨਾਲ ਜਾ ਰਿਹਾ। ਕਈਆਂ ਨੇ ਤਾਂ ਖੈਰ ਸਭ ਕਰੋੜਾਂ ਰੁਪਏ ਲਾਤੇ ਆਪਣੇ ਟਰੈਕਟਰ ਤੇ, ਕਈਆਂ ਨੇ ਜਨਰੇਟਰ ਦੇ ਨਾਲ ਟਾਇਰ ਲਾਤੇ, ਮਤਲਬ ਡੀਜ਼ਲ ਪਾ ਕੇ ਤੇ ਉਹ ਚਲਾਈ ਜਾਂਦੇ ਨੇ। ਮਤਲਬ ਵੱਖ-ਵੱਖ ਤੇ ਸੋਹਣੀਆਂ ਚੀਜ਼ਾਂ ਅਸੀਂ ਦੇਖ ਰਹੇ ਹਾਂ। ਕੱਲ ਮੈਂ ਵੀ ਜੋ ਸੜਕਾਂ ਤੇ ਘੁੰਮ ਰਿਹਾ ਸੀਗਾ, ਮੈਂ ਵੀ ਦੇਖਿਆ ਕਿੰਨੇ ਸਾਰੇ ਜੱਥੇ ਦੇ ਜੱਥੇ ਜਿਹੜੇ ਨੇ ਟਰੈਕਟਰਾਂ ਦੇ ਭਰ ਕੇ ਜਾ ਰਹੇ ਨੇ। ਸੋ ਜਿਹੜੇ ਟਰੈਕਟਰ ਸੀਗੇ ਜਿਹੜੇ ਉਹ ਟਰਾਲੀਆਂ ਦੇ ਵਿੱਚ ਰੱਖੇ ਹੋਏ ਸਨ, ਹਨਾ। ਮਤਲਬ ਕਿੰਨੇ ਹੀ ਲੋਕਾਂ 'ਚ ਜੋਸ਼ ਸੀਗਾ। ਨੋ ਡਾਊਟ ਤੁਸੀਂ ਗੱਲ ਕੀਤੀ, ਸਾਡਾ ਜਿਹੜਾ ਰਿਪਬਲਿਕ ਡੇ ਹੈ ਉਹ ਸਾਨੂੰ ਸੰਵਿਧਾਨ ਦੇ ਵਿੱਚ ਸਾਨੂੰ ਚੀਜ਼ਾਂ ਮਿਲੀਆਂ ਹੋਈਆਂ ਨੇ, ਉਹਦਾ ਅਸੀਂ ਬੈਨੀਫਿਟ ਉਠਾ ਰਹੇ ਹਾਂ। ਐਂਡ ਇਸ ਸਾਲ ਦਾ ਜਿਹੜਾ 26 ਜਨਵਰੀ ਹੈ, ਮੈਂ ਕਹਿੰਦਾ ਆਉਂਦੇ ਕਿੰਨੇ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ ਕਿ ਕਿਵੇਂ ਅਸੀਂ ਦੇਸ਼ ਨੂੰ ਤਾਂ ਚਲੋ ਰਿਸਪੈਕਟ ਜਿਹੜੀ ਹੈ ਆਪਾਂ ਦਿੰਨੇ ਹੀ ਆ, ਜਿਹੜਾ ਪਿਆਰ ਮਾਣ ਜਿਹੜਾ ਆਪਾਂ ਦਿੰਨੇ ਹੀ ਆ, ਪਰ ਇਸ ਸਾਲ ਦਾ ਜਿਹੜਾ ਪੂਰਾ ਰਿਪਬਲਿਕ ਡੇ ਹੈ ਉਹ ਸਿਰਫ ਤੇ ਸਿਰਫ ਕਿਸਾਨਾਂ ਦੇ ਲਈ ਹੈ ਕਿ ਹਾਂ ਵੀ ਜੋ ਕਨਸਟੀਟਿਊਸ਼ਨ ਦੇ ਨਾਲ ਜਿਹੜੀ ਛੇੜਛਾੜ ਇਹਨਾਂ ਕੇਂਦਰ ਸਰਕਾਰ ਦੇ ਵਿੱਚ ਬੈਠੇ ਜਿਹੜੇ ਨੇਤਾਵਾਂ ਨੇ ਉਹਨਾਂ ਨੇ ਕੀਤੀ ਹੈ, ਜੋ ਉਹਨਾਂ ਨੇ ਛੇੜਛਾੜ ਕਰਨ ਦੇ ਨਾਲ ਕਾਫੀ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। 150 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਸ਼ਹੀਦ ਹੋ ਚੁੱਕੇ ਨੇ। ਸੋ ਕਿਸਾਨਾਂ ਨੂੰ ਜਲਦ ਤੋਂ ਜਲਦ ਜਿਹੜਾ ਜਸਟਿਸ ਹੈ ਉਹ ਜ਼ਰੂਰ ਮਿਲਣਾ ਚਾਹੀਦਾ ਹੈ, ਕਿਉਂਕਿ ਜਿਹੜੀ ਹੱਕ ਸੱਚ ਦੀ ਲੜਾਈ ਹੈ ਨਾ, ਉਹ ਨਾਮ 'ਚ ਮਿਸਾਂ ਨਾਲ ਕਨਸੈਪਟ ਕਲੀਅਰ ਹੋ ਜਾਂਦਾ। ਇੱਕ ਤਾਂ ਸਾਡਾ ਹੱਕ ਆ, ਇੱਕ ਸੱਚੀ ਚੀਜ਼ ਆ ਕਿ ਹਾਂ ਵੀ ਕੋਈ ਜਿਹੜੀ ਚੀਜ਼ ਉਹਨਾਂ ਦੇ ਲਈ ਸੀਗੀ ਨਹੀਂ, ਉਹ ਬਣਾ ਸਕਦੇ ਨਹੀਂ, ਕਿਵੇਂ ਉਹਨਾਂ ਨੇ ਧੋਖਾਧੜੀ ਦੇ ਨਾਲ ਕਾਨੂੰਨ ਪਾਸ ਕੀਤੇ ਨੇ, ਕਿਵੇਂ ਫੋਰਸਫੁਲੀ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਗੱਲ ਵੱਖਰੀ ਹੈ ਕਿ ਸਾਡੇ ਜਿਹੜੇ ਕਿਸਾਨ ਬੁੱਧੀਜੀਵ ਨੇ, ਸਭ ਤੋਂ ਪਹਿਲਾਂ ਉਹਨਾਂ ਨੇ ਨਾਰਾ ਲਾਣਾ ਸ਼ੁਰੂ ਕੀਤਾ, ਜਿਸ ਦੇ ਨਾਲ ਕਿਵੇਂ ਮਤਲਬ ਇੱਕ ਕਿਸਾਨ ਜਥੇਬੰਦੀਆਂ ਦੇ ਨਾਲ ਫਿਰ ਹੋਰਾਂ ਜਥੇਬੰਦੀਆਂ ਜੁੜਦੀਆਂ ਰਹੀਆਂ, ਫਿਰ ਪੂਰੇ ਹੋਰ ਸਟੇਟ ਜੁੜੀਆਂ, ਪੂਰਾ ਭਾਰਤ ਜੁੜ ਚੁੱਕਿਆ। ਸੋ ਬੇਸਿਕਲੀ ਜਿਹੜੀ ਅਸੀਂ ਮੈਂ ਗੱਲ ਕਰ ਰਿਹਾ ਕਿ ਹਾਂ ਵੀ ਪੂਰਾ ਭਾਰਤ ਅਗਰ ਜੁੜ ਚੁੱਕਿਆ ਹੈ, 26 ਜਨਵਰੀ ਤੁਸੀਂ ਮਨਾਉਣ ਜਾ ਰਹੇ ਇੱਕ ਵੱਖਰੇ ਅਨੋਖੇ ਢੰਗ ਦੇ ਨਾਲ, ਜਿਸ ਨੂੰ ਪੂਰੀ ਆਉਣ ਵਾਲੀ ਸਦੀਆਂ ਤੱਕ ਯਾਦ ਕੀਤਾ ਜਾਵੇਗਾ। ਅਸੀਂ ਇਹੀ ਉਮੀਦ ਕਰਦੇ ਹਾਂ ਕਿ ਹਾਂ ਵੀ ਇਸ ਸਾਲ ਜਲਦੀ ਤੋਂ ਜਲਦੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਸੱਚ, ਉਹਨਾਂ ਦਾ ਬਣਦਾ ਜਿਹੜਾ ਹੱਕ ਹੈ ਉਹ ਜਲਦੀ ਮਿਲ ਜਾਵੇ। ਦੇਖੋ ਤੁਸੀਂ ਦੋ ਗੱਲਾਂ ਕੀਤੀਆਂ, ਦੇਸ਼ ਦੀ ਗੱਲ ਕੀਤੀ ਔਰ ਹੱਕ ਸੱਚ ਦੀ ਗੱਲ ਕੀਤੀ ਹੈ ਜੀ। ਇੱਕ ਵੱਡੀ ਗੱਲ ਹੁੰਦੀ, ਦੇਸ਼ ਸਭ ਤੋਂ ਵੱਡਾ ਹੈ। ਦੇਸ਼ ਕਿਸੇ ਵੀ ਪਾਰਟੀ ਦਾ ਨਹੀਂ ਆ, ਕਿਸੇ ਵੀ ਜਥੇਬੰਦੀ ਦਾ ਨਹੀਂ ਆ, ਔਰ ਜਦੋਂ ਦੇਸ਼ ਦੀ ਗੱਲ ਕਰਦੇ ਹਾਂ ਅਸੀਂ ਦੇਸ਼ ਹਿੱਤ ਦੀ ਗੱਲ ਕਰਦੇ ਹਾਂ ਜੀ। ਇੱਥੇ ਜਿਹੜੀ BJP ਹੈ ਉਹ ਦੇਸ਼ ਦੀ ਗੱਲ ਨਹੀਂ ਕਰਦੀ, ਉਹ ਆਪਣੀ ਈਗੋ ਦੀ ਗੱਲ ਕਰਦੀ ਹੈ। ਤਦ ਕਰਕੇ ਇਹ ਸਾਰਾ ਜਿਹੜਾ ਰੌਲਾ ਹੈ ਇਹ ਪੈ ਗਿਆ। ਜੇ ਤੁਸੀਂ ਗੱਲ ਕਰੋ, ਇਹ ਹਾਰਡ ਲਾਈਨਰ ਇੰਨੇ ਨੇ, ਇਹਨਾਂ ਨੂੰ ਲੱਗਦਾ ਕਿ ਜੋ ਅਸੀਂ ਕਹਿ ਦਿੱਤਾ ਉਹ ਹੋ ਗਿਆ, ਉਦੋਂ ਦੇਸ਼ ਦੀ ਗੱਲ ਨਹੀਂ ਤੁਸੀਂ ਕਰਦੇ। ਦੇਸ਼ ਦੇ ਲੱਖਾਂ ਹੀ ਕਿਸਾਨ ਜਿਹੜੇ ਨੇ ਉਹ ਸੜਕਾਂ ਤੇ ਹੋਣ, ਤੁਸੀਂ ਚੰਗੀ ਚੀਜ਼ ਵੀ ਦਿੱਤੀ ਹੈ ਤੇ ਤੁਸੀਂ ਕਿਉਂ ਨਹੀਂ ਵਾਪਸ ਕਰਦੇ, ਹੈ ਨਾ। ਤੁਸੀਂ ਉਸ ਤੋਂ ਬਾਅਦ ਉੱਤੇ ਪੈਨਲ ਬਿਠਾ ਲਓ, ਪੈਨਲ ਤੇ ਡਿਸਕਸ਼ਨ ਕਰੋ ਔਰ ਉਹ ਐਕਸਪਰਟਿਜ਼ ਲੈ ਕੇ ਆਓ। ਇਹਨਾਂ ਜਥੇਬੰਦੀਆਂ ਦੇ ਵਿੱਚੋਂ 5-10 ਮੈਂਬਰ ਲਾਓ, ਉਹਨਾਂ ਨੂੰ ਬਿਠਾਓ ਨਾਲ। ਉਹ ਫਿਰ ਜੇ ਤੁਹਾਡੀ ਗੱਲਾਂ ਦੇ ਉੱਤੇ ਤੁਹਾਨੂੰ ਨੁਕਤਾਚੀਨੀ ਨਹੀਂ ਕਰਦੇ, ਉਸ ਬਾਅਦ ਤੁਸੀਂ ਕਹੋ ਜੀ ਇਹ ਚੰਗੇ ਨੇ ਜੀ। ਇਹਨਾਂ ਸਰਕਾਰਾਂ ਨੇ ਕੀ ਕੀਤਾ, ਜਿਵੇਂ ਇਹ ਬਿੱਲ ਲਿਆਂਦੇ ਸੀ ਹਫੜਾ ਦਫੜੀ ਦੇ ਵਿੱਚ, ਉੱਦਾਂ ਹੀ ਇਹਨਾਂ ਨੇ ਇਸ ਲਾਅ ਨੂੰ ਵੀ ਕਿਹਾ ਸੀ ਕਿ ਹਫੜਾ ਦਫੜੀ ਦੇ ਵਿੱਚ ਪਾਸ ਹੋ ਜਾਊਗਾ ਜੀ। ਇਹ ਕਹਿੰਦੇ ਜੀ ਨਹੀਂ, ਇਹਦੇ ਤੋਂ ਬਹੁਤ ਸਾਲਾਂ ਦੀ ਰਿਸਰਚ ਹੈ, ਬਹੁਤ ਸਾਲਾਂ ਦਾ ਜਿਹੜਾ ਸਾਡਾ ਇੱਕ ਘਾਲਣਾ ਘਾਲੀ ਹੋਈ ਹੈ, ਉਸ ਤੋਂ ਬਾਅਦ ਅਸੀਂ ਇਹ ਏਡੇ ਵੱਡੇ ਲਾਅ ਲੈ ਕੇ ਆਉਂਦੇ ਆ। ਜੇ ਤੁਸੀਂ ਐਡੀ ਘਾਲਣਾ ਘਾਲੀ ਸੀ ਤਾਂ ਤੁਸੀਂ ਪਹਿਲੀਆਂ 2 ਮੀਟਿੰਗਾਂ ਦੇ ਵਿੱਚ ਹੀ ਨਿਰਸ਼ਬਦ ਹੋ ਕੇ ਕਿਉਂ ਮੁੜ ਗਏ ਸੀ? ਇੰਨੇ ਘੋਖ ਜਿਹੜੇ ਸੀਗੇ, ਇੰਨੇ ਉਹਦੇ ਵਿੱਚ ਫਲॉज ਜਿਹੜੇ ਸੀਗੇ, ਇੰਨੀਆਂ ਉਹਦੇ ਵਿੱਚ ਗਲਤੀਆਂ ਜਿਹੜੀਆਂ ਸੀਗੀਆਂ, ਜਥੇਬੰਦੀਆਂ ਨੇ ਪੁਆਇੰਟ ਕਰਕੇ ਇਹਨਾਂ ਨੂੰ ਸਮਝਾ ਦਿੱਤੀਆਂ। ਔਰ ਇਹ ਮੈਂ ਉਹੀ ਦੱਸਣ ਡਿਆ ਕਿ ਇਹ ਦੇਸ਼ ਹੈ, ਇਹ ਦੇਸ਼ ਹਿੱਤ ਦੀ ਗੱਲ ਨਹੀਂ ਹੋਈ ਕਰ ਰਹੀ ਹੈ BJP। ਇਹ ਜੇ ਦੇਸ਼ ਹਿੱਤ ਦੀ ਗੱਲ ਕਰਦੀ ਤੇ ਕਿਸਾਨਾਂ ਦੀ ਹੁਣ ਤੱਕ ਸਮਝ ਲੈਣੀ ਸੀ। ਕੱਲ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਨੇ ਸ਼ਾਮ ਨੂੰ, ਛੜੀਆਂ ਕਿਸਾਨ ਜਥੇਬੰਦੀਆਂ ਨੇ, ਔਰ ਉਹਨਾਂ ਨੇ ਕਿੰਨੀਆਂ ਸੋਹਣੀਆਂ ਗੱਲਾਂ ਕਹੀਆਂ। ਸਭ ਤੋਂ ਪਹਿਲੀ ਉਹਨਾਂ ਨੇ ਗੱਲ ਇਹ ਕਹੀ, ਉਹਨਾਂ ਨੂੰ ਸਵਾਲ ਪੁੱਛਿਆ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤੋਂ ਬਾਅਦ ਇਹ ਸਰਕਾਰ ਮੰਨ ਜਾਊਗੀ? ਉਹ ਕਹਿੰਦੇ ਜੇ ਸਰਕਾਰ ਹੀ ਹੋਊਗੀ ਤੇ ਮੰਨ ਜਾਊਗੀ। ਜੇ ਸਰਕਾਰ ਲੋਕਾਂ ਦੀ ਹੈ, ਦੇਸ਼ ਦੀ ਸਰਕਾਰ ਹੈ, ਤੇ ਜ਼ਰੂਰ ਮੰਨੇਗੀ। ਜੇ ਸਰਕਾਰ ਦੇਸ਼ ਦੀ ਨਹੀਂ ਹੈਗੀ, ਹਿਪੋਕ੍ਰੇਸੀ ਹੈ, ਡੈਮੋਕ੍ਰੇਸੀ ਨਹੀਂ ਗੀ, ਤਾਂ ਫਿਰ ਇਹਨੇ ਬੇਸ਼ੱਕ ਨਹੀਂ ਮੰਨਣਾ। ਤੇ ਫਿਰ ਉਸ ਤੋਂ ਬਾਅਦ ਅਸੀਂ ਫਿਰ ਧਿਆਨ ਆ, ਅਸੀਂ ਇਸ ਸੰਘਰਸ਼ ਨੂੰ ਇਦਾਂ ਹੀ ਲੀਹਾਂ ਦੇ ਉੱਤੇ ਲੈ ਕੇ ਅੱਗੇ ਵਧਦੇ ਰਹਿਣਾ ਆ। ਸੋ ਇੱਕ ਸਵਾਲ ਦੇਸ਼ ਦਾ ਹੈ। ਇਸ ਤੋਂ ਅੱਗੇ ਉਹ ਪੁੱਛਦੇ ਆ ਵੀ ਤੁਸੀਂ ਇਹਨੂੰ ਮੈਨੇਜ ਕਿੱਦਾਂ ਕਰੋਗੇ, ਵੀ ਇਹ ਐਡਾ ਸੰਘਰਸ਼ ਹੈ, ਇਹਨੂੰ ਕਿੱਦਾਂ ਤੁਸੀਂ ਤੋਰੋਗੇ। ਹੁਣ ਸਾਡੇ 'ਚ ਵੀ ਸਵਾਲ ਸੀਗਾ ਵੀ ਬਈ ਸਾਡਾ ਸਵਾਲ ਸੱਚੀ ਕੋਈ ਪੁੱਛੇ, ਪਰ ਸਾਡੇ ਜਿਹੜੇ ਭਾਈ ਉੱਥੇ ਸੀਗੇ ਜਿਹੜੇ ਮੀਡੀਆ ਵਾਲੇ, ਉਹਨਾਂ ਨੇ ਪੁੱਛ ਲਿਆ ਵੀ ਤੁਸੀਂ ਇਹਨੂੰ ਮੈਨੇਜ ਕਿੱਦਾਂ ਕਰੋਗੇ। ਉਹ ਕਹਿੰਦੇ ਜੀ ਸਾਨੂੰ 2 ਮਹੀਨੇ ਹੋ ਗਏ, ਇੱਥੇ ਕੋਈ ਘਟਨਾ ਕਦੀ ਵਾਪਰੀ ਹੈ?
ਅਸੀਂ ਮੈਨੇਜ ਕੀਤਾ ਸੀ ਨਾ, ਇਦਾਂ ਹੀ ਸਾਡੀ ਕੋਸ਼ਿਸ਼ ਆ, ਅਸੀਂ ਮੈਨੇਜ ਕਰਾਂਗੇ। ਤੁਸੀਂ ਵੀ ਸਾਡੇ ਨਾਲ ਨਾ, ਜਿਹੜੇ ਘਰ ਬੈਠ ਕੇ ਟੀਵੀ ਦੇਖ ਰਹੇ ਨੇ ਉਹ ਵੀ ਸਾਡੇ ਨਾਲ ਆ, ਹਰ ਬੰਦਾ ਜਿਹੜਾ ਹਸਾਸ ਹੈ ਉਹ ਵੀ ਸਾਡੇ ਨਾਲ ਆ। ਹੁਣ ਇੱਕ ਪਲਾਨ ਜਿਹੜਾ ਬਲੂਪ੍ਰਿੰਟ ਪਲਾਨ ਹੈ ਉਹ ਹੈ ਕਿ 3000 ਤੋਂ ਵੱਧ ਜਿਹੜੇ ਆ ਵਲੰਟੀਅਰ, ਜਿਹੜੇ 3000 ਵਲੰਟੀਅਰ ਆ ਉਹਨਾਂ ਨੂੰ ਬਾਕਾਇਦਾ ਇੱਕ ਜੈਕਟਾਂ ਜਿਹੜੀਆਂ ਨੇ, ਵਲੰਟੀਅਰ ਜੈਕਟਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ। ਉਹ ਹਰ ਮੋੜ ਦੇ ਉੱਤੇ ਦੇਖਣਗੇ, ਕਿਉਂਕਿ ਜਿਹੜਾ ਰਿੰਗ ਰੋਡ ਅਸੀਂ ਕਹਿੰਦੇ ਆ, ਰਿੰਗ ਰੋਡ ਤੇ ਅਸੀਂ ਪਹਿਲਾਂ ਸਾਡੇ ਕੋਲ ਖਬਰਾਂ ਆਉਂਦੀਆਂ ਸੀ ਕਿ ਰਿੰਗ ਰੋਡ ਦੇ ਉੱਤੇ ਜਿਹੜਾ ਹੈ ਟਰੈਕਟਰ ਪਰੇਡ ਹੋਣਾ ਹੈ। ਰਿੰਗ ਰੋਡ ਸਿਰਫ 47 ਕਿਲੋਮੀਟਰ ਹੈ, 47 ਨਹੀਂ 48 ਹੋਊਗਾ, 50 ਹੋਊਗਾ। ਲੱਖਾਂ ਹੀ ਟਰੈਕਟਰ ਰਿੰਗ ਰੋਡ ਦੇ ਉੱਤੇ ਇੱਕੋ ਸਮੇਂ ਦੇ ਵਿੱਚ ਜਿਹੜਾ ਹੈ ਕਰ ਨਹੀਂ ਸਕਦੇ, ਮਾਰਚ ਪਰੇਡ ਨਹੀਂ ਕਰ ਸਕਦੇ। ਇਸ ਲਈ ਉਹਨਾਂ ਨੇ ਜਿੱਥੋਂ ਜਿੱਥੇ ਬੈਠੇ ਸੀਗੇ, ਚਾਹੇ ਉਹ ਸਿੰਘੂ ਸੀ, ਚਾਹੇ ਉਹ ਗਾਜ਼ੀਪੁਰ ਸੀ, ਪਲਵਨ ਸੀ, ਟਿਕਰੀ ਸੀ, ਉਸ ਤੋਂ ਹੁਣ ਜਿਹੜਾ ਪਰੇਡ ਸ਼ੁਰੂ ਹੋ ਗਈ। 5 ਰੂਟ ਜਿਹੜੇ ਨੇ ਉਹ ਫਾਈਨਲ ਕੀਤੇ ਨੇ। ਸ਼ਾਮ ਤੱਕ ਸਾਨੂੰ ਉਮੀਦ ਸੀ ਕਿ ਜਦੋਂ ਤੱਕ ਅਸੀਂ ਗੱਲਬਾਤ ਕਰਾਂਗੇ ਸ਼ਾਇਦ ਰੂਟ ਆ ਜਾਵੇ। ਅਜੇ ਤੱਕ ਕੋਈ ਰੂਟ ਨਹੀਂ ਆਇਆ। ਜਿਵੇਂ ਰੂਟ ਕੋਈ ਆਏਗਾ ਅਸੀਂ ਤੁਹਾਨੂੰ ਉਹਦੀ ਅਪਡੇਟ ਜ਼ਰੂਰ ਦੇਵਾਂਗੇ ਕਿ ਰੂਟ ਕਿਹੜਾ ਕਿਹੜਾ ਹੋਊਗਾ। ਫਿਰ ਦੇਖੋ ਹੁਣ ਉਹ ਕਹਿੰਦੇ ਜੀ ਜਦੋਂ ਲੱਖਾਂ ਟਰੈਕਟਰ ਜੇ ਰੂਟ ਇੱਕ ਤੇ ਘੁੰਮਣਗੇ, ਤੇ ਜੇ ਅਸੀਂ ਲੱਖਾਂ ਟਰੈਕਟਰ ਨੂੰ ਕਹੀਏ ਕਿ ਇੱਕ ਰੂਟ ਤੇ ਚਲੇ ਜਾਓ, ਇਹ ਤਾਂ ਬੰਬੇ ਤੱਕ ਲਾਈਨ ਲਾ ਦੇਣਗੇ। ਹੁਣ ਫਿਰ ਕੀ ਹੋਇਆ, ਉਹ ਕਹਿੰਦੇ ਜੀ ਅਸੀਂ ਫਿਰ ਇੱਕ ਦਿਨ ਦਾ ਨਹੀਂ ਹੈ ਸਾਡਾ, ਇਹ 24 ਘੰਟੇ ਚੱਲ ਜੇ, 72 ਘੰਟੇ ਚੱਲ ਜੇ, 3 ਦਿਨ ਚੱਲੇ, ਤੇ ਬਾਕੀ ਵੱਡਾ ਵਿਆਹ ਆ ਤੇ 3 ਦਿਨ ਚੱਲ ਵੀ ਸਕਦਾ ਆ। ਸੋ ਬਰਾਤ ਬਹੁਤ ਹੈ। ਸੋ ਇਸ ਤਰੀਕੇ ਦੇ ਨਾਲ ਜਿਹੜੀ ਗੱਲਬਾਤ ਹੈ ਕਿ ਇਹ ਇੰਨਾ ਮੈਨੇਜਰਲ ਤਰੀਕੇ ਦੇ ਨਾਲ, ਉਹ ਕਹਿੰਦੇ ਜੀ ਸਾਡੀ ਵੀ ਜ਼ਿੰਮੇਵਾਰੀ ਆ, ਅਸੀਂ ਵੀ ਦੇਖਾਂਗੇ ਕਿ ਅਣਪਛਾਤੇ ਲੋਕੀ ਕੌਣ ਆ। ਤੁਸੀਂ ਵੀ ਟਰੈਕਟਰ ਤੇ ਉਹੀ ਬਿਠਾਓ ਜਿਹੜੇ ਤੁਹਾਨੂੰ ਜਾਣਦੇ ਆ। ਇੱਦਾਂ ਨਾ ਹੋਵੇ ਕਿ ਤੁਸੀਂ ਟਰੈਕਟਰ ਤੇ ਉਹ ਕਿਸੇ ਨੂੰ ਬਿਠਾ ਲਓ, ਕਿਉਂਕਿ ਇਹ ਬਹੁਤ ਸਾਰੀਆਂ ਘਟਨਾਵਾਂ ਹੋਣ ਡੀਆਂ। ਇਸੇ ਘਟਨਾ ਨੂੰ ਮੈਂ ਗੱਡੀ ਦੇ ਨਾਲ ਜੋੜਦਾ। ਬਿਨਾਂ ਨੰਬਰ ਪਲੇਟ ਤੋਂ ਗੱਡੀ, ਉੱਥੇ ਜਿਹੜੇ ਵਲੰਟੀਅਰ ਨੇ ਉਹਨਾਂ ਨੇ ਫੜ ਲਈ। ਗੱਡੀ ਚੋਂ ਕੀ ਨਿਕਲਦਾ, ਪੁਲਿਸ ਦੀਆਂ ਜਿਹੜੀਆਂ ਵਰਦੀਆਂ ਨੇ ਉਹ ਗੱਡੀ ਚੋਂ ਨਿਕਲਦੀਆਂ ਨੇ, ਤੇ ਤੁਸੀਂ ਹਿਸਾਬ ਲਾ ਲਓ ਹਜੇ ਤੱਕ ਉੱਥੇ ਕੋਈ ਕਾਰਵਾਈ ਨਹੀਂ ਹੋਈ। ਫਿਰ ਉਹ ਕਹਿੰਦੇ ਜੀ ਸਾਡਾ ਤਾਂ ਪਹਿਲਾਂ ਸਾਨੂੰ ਸ਼ੱਕ ਸੀ, ਹੁਣ ਸਾਨੂੰ ਯਕੀਨ ਹੋ ਗਿਆ ਕਿ ਏਜੰਸੀਆਂ ਜਿਹੜੀਆਂ ਨੇ ਉਹ ਮਿਲੀਆਂ ਹੋਈਆਂ ਨੇ, ਇਸ ਕਰਕੇ ਸਾਡੇ ਵਲੰਟੀਅਰ ਜਿਹੜੇ ਨੇ ਉਹਨਾਂ ਦਾ ਤਾਂ ਫਰਜ਼ ਬਣਦਾ ਹੀ ਆ, ਪਰ ਜਿਹੜੇ ਸਾਡੇ ਟਰੈਕਟਰ ਲੈ ਕੇ ਜਾ ਰਹੇ ਨੇ ਉਹਨਾਂ ਦਾ ਦੁੱਗਣਾ ਫਰਜ਼ ਹੈ ਕਿ ਦੇਖੋ ਤੁਹਾਡੇ ਟਰੈਕਟਰ ਤੇ ਤੁਹਾਡੇ ਨਾਲ ਦਾ ਬੰਦਾ ਹੋਵੇ, ਚਾਹੇ ਕੋਈ ਦੂਸਰਾ ਤੁਹਾਨੂੰ ਦਿਖੇ ਵੀ ਫਟ ਰਿਪੋਰਟ ਕਰੋ। ਦੂਸਰੀ ਗੱਲ ਇਹ ਆ ਕਿ ਉਹ ਕਹਿੰਦੇ ਜੀ ਝਾਕੀਆਂ ਨਿਕਲਣੀਆਂ ਆ, 50 ਝਾਕੀਆਂ ਜਿਹੜੀਆਂ ਅਸੀਂ ਕੱਲ ਖਬਰ ਆ ਰਹੀ ਸੀ ਕਿ ਉਹ ਬਣਾਈਆਂ ਹੋਈਆਂ ਨੇ। ਝਾਕੀਆਂ ਇਦਾਂ ਦੀਆਂ ਨੇ ਕਿ ਤੁਸੀਂ ਦੇਖ ਕੇ ਦੰਗ ਰਹਿ ਜਾਓਗੇ ਕਿ ਕਿਸਾਨ ਇੰਨੀ ਮਿਹਨਤ ਕਰਦਾ ਬਈ, ਫਿਰ ਵੀ ਇਹਦਾ ਕਿਉਂ ਨਹੀਂ ਸਰਦਾ। ਉਹ ਸਾਰਾ ਕੁਝ ਉਹਦੇ ਵਿੱਚ ਦਿਖਾਊਗੇ। ਦੂਸਰੇ ਬੰਨੇ ਥੋੜ੍ਹੀਆਂ ਜਿਹੀਆਂ ਝਾਕੀਆਂ ਜਿਹੜੀਆਂ ਨੇ ਉਹ ਸਰਕਾਰ ਤੇ ਜਿਹੜੀ ਕਿਸਾਨ ਜਥੇਬੰਦੀਆਂ ਉਹਨਾਂ ਦੀ ਗੱਲਬਾਤ ਦੇ ਨਾਲ ਸੰਬੰਧਿਤ ਹੈ, ਤਣਾਅ ਦੇ ਨਾਲ ਸੰਬੰਧਿਤ ਹੈ, ਉਹ ਵੀ ਹੋਣਗੀਆਂ। ਫਿਰ ਕੱਲ ਉਹਨਾਂ ਨੇ ਸਵਾਲ ਪੁੱਛਿਆ ਵੀ ਤੁਸੀਂ ਐਡਾ ਟਰੈਕਟਰ ਟਰਾਲੀ ਕਿੱਦਾਂ ਜਾਓਗੇ। ਉਹ ਕਹਿੰਦੇ ਜੀ ਸਾਡਾ ਅਸੀਂ ਜਿਹੜਾ ਬਲੂ ਪ੍ਰਿੰਟ ਬਣਾਇਆ ਕਿ ਜਿਹੜੇ ਅਸੀਂ ਤਿਆਰ ਕਰਦੇ ਹਾਂ ਚੀਜ਼ਾਂ, ਉਹ ਇਹ ਆ ਕਿ ਅਸੀਂ ਕਹਿੰਦੇ ਟਰੈਕਟਰ ਇਕੱਲੇ ਲੈ ਕੇ ਜਾਓ। ਮੈਨੂੰ ਵੀ ਬਹੁਤ ਸੋਹਣੀ ਗੱਲ ਲੱਗੀ ਕਿ ਕਿਉਂਕਿ ਟਰਾਲੀਆਂ 'ਚ ਲੈ ਜਾਵਾਂਗੇ ਤੇ ਸ਼ਹਿਰ ਦੇ ਵਿੱਚ ਕਿਉਂਕਿ ਭੀੜ ਬਹੁਤ ਹੈ, ਖੱਚਾ ਖੱਚ ਹੋ ਜਾਣਾ, ਇਸ ਲਈ ਟਰੈਕਟਰ ਅਸੀਂ ਇਕੱਲੇ ਲੈ ਕੇ ਜਾਵਾਂਗੇ। ਟਰੈਕਟਰ ਇਕੱਲੇ ਲੈ ਕੇ ਜਾਵਾਂਗੇ। ਫਿਰ ਉਹਨਾਂ ਨੇ ਪੁੱਛਿਆ ਵੀ ਕਈ ਤਾਂ ਜਿੱਦਾਂ ਤੁਸੀਂ 50 ਝਾਕੀਆਂ ਕਹੀਆਂ, ਕਈ ਤਾਂ ਆਪਣੇ ਘਰੋਂ ਝਾਕੀਆਂ ਬਣਾ ਕੇ ਆ ਗਏ ਨੇ, ਬਹੁਤ ਸੋਹਣੇ ਚੀਜ਼ਾਂ ਬੁਲਾ ਕੇ ਆਏ ਨੇ। ਉਹ ਕਹਿੰਦੇ ਜੀ ਪਹਿਲਾਂ ਅਸੀਂ ਜਿਹੜਾ ਆ ਉਸ ਝਾਕੀ ਨੂੰ ਦੇਖਾਂਗੇ, ਜੇ ਉਹ ਸਾਡੇ ਗਾਈਡਲਾਈਨ ਦੇ ਉੱਤੇ ਹੋਈ, ਜੇ ਸਾਡੇ ਉਹ ਹਿੱਤ ਤੇ ਹੋਈ, ਤਾਂ ਫਿਰ ਉਹ ਝਾਕੀ ਜ਼ਰੂਰ ਜਾਊਗੀ। ਸੋ ਸਾਡੇ ਜਿਹੜੇ ਦੇਖ ਰਹੇ ਨੇ, ਜੇ ਉੱਥੇ ਜਾ ਰਹੇ ਨੇ, ਤਾਂ ਤੁਸੀਂ ਵੀ ਜਿਹੜਾ ਹੈ ਇੱਕ ਤੁਹਾਡਾ ਫਰਜ਼ ਬਣਦਾ ਹੈ ਕਿ ਜਿਹੜਾ ਕੋਈ ਸ਼ਰਾਰਤੀ ਅਨਸਰ ਆ ਤੁਸੀਂ ਜ਼ਰੂਰ ਪਛਾਣਿਓ, ਕਿਉਂਕਿ ਇਹ ਅੰਦੋਲਨ ਸਾਡਾ ਸਾਰਿਆਂ ਦਾ ਅੰਦੋਲਨ। ਜੇ ਇਸ ਅੰਦੋਲਨ ਦੇ ਵਿੱਚ ਅਸੀਂ ਸ਼ਾਂਤਮਈ ਰਹਾਂਗੇ ਤਾਂ ਸਾਡੀ ਜਿੱਤ ਜਿਹੜੀ ਹੈ ਉਹ ਨਿਸ਼ਚੈ ਹੈ। ਜੇ ਕਿਤੇ ਇਹ ਅੰਦੋਲਨ ਜਿਹੜਾ ਹੈ ਹਿੰਸਾਮਈ ਹੋ ਗਿਆ ਤਾਂ ਫਿਰ ਸਾਡੇ ਸਾਰਿਆਂ ਦਾ ਨੁਕਸਾਨ ਬਹੁਤ ਹੀ ਹੋਣਾ ਹੈ। ਜੀ ਖੈਰ ਸਾਹਿਬ, ਜੇਕਰ ਗੱਲ ਕਰੀਏ ਕੇਂਦਰ ਸਰਕਾਰ ਦੀ, ਤਾਂ ਪਹਿਲੇ ਦਿਨ ਤੋਂ ਲੈ ਕੇ ਇਸ ਪੂਰੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਆਪਣੇ ਟਵਿੱਟਰ ਰਾਹੀਂ, ਆਪਣੇ ਬਿਆਨਾਂ ਦੇ ਰਾਹੀਂ। ਪਰ ਜਿਵੇਂ ਤੁਸੀਂ ਗੱਲ ਕੀਤੀ ਕਿ ਹਾਂ ਵੀ ਗੱਡੀ ਦੇ ਵਿੱਚ ਉਹਨਾਂ ਨੂੰ ਵਰਦੀ ਮਿਲੀ ਏ, ਜਾਂ ਹੋਰ ਜਿਹੜੇ ਸ਼ਰਾਰਤੀ ਅਨਸਰ ਨੇ ਪਿੱਛੇ ਜੀ ਫੜੇ ਵੀ ਗਏ ਨੇ, ਭਾਵੇਂ ਉਹ ਆਪਣੇ ਬਿਆਨ ਤੋਂ ਪਲਟ ਗਏ ਹੋਣ। ਸੋ ਕੇਂਦਰ ਸਰਕਾਰ ਜਿਹੜੀ ਹੈ ਉਹ ਭਾਵੇਂ ਸਰਕਾਰੀ ਏਜੰਸੀਆਂ ਨੂੰ ਵਰਤੇ, ਭਾਵੇਂ ਥਰਡ ਕਿਸੇ ਵੀ ਪਰਸਨ ਨੂੰ ਵਰਤੇ ਜੋ ਕਿ ਪਹਾੜੇ ਦੇ ਵਿਕ ਜਾਂਦੇ ਨੇ, ਮਿਲ ਜਾਂਦੇ ਨੇ, ਸੋ ਉਹਨਾਂ ਨੂੰ ਵਰਤ ਕੇ ਪੂਰੇ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ, ਐਂਡ ਈਵਨ ਕਰ ਵੀ ਰਹੇ ਨੇ। ਸੋ ਜਿਵੇਂ ਕਿ ਖਹਿਰਾ ਸਾਹਿਬ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿਹੜਾ ਬੰਦਾ ਅਣਪਛਾਤਾ ਹੈ ਤੇ ਜੇ ਕੋਈ ਉਹੋ ਜਿਹੀਆਂ ਹਰਕਤਾਂ ਕਰ ਰਿਹਾ, ਸਾਨੂੰ ਉਸੇ ਟਾਈਮ ਜਿਹੜੀ ਨਾਲ ਦੀ ਪੁਲਿਸ ਹੈ ਜਾਂ ਫਿਰ ਤੁਸੀਂ ਖੁਦ ਜਿਹੜੇ ਤੁਹਾਡੇ ਵਲੰਟੀਅਰਸ ਨੇ ਉਹਨਾਂ ਨੂੰ ਸੂਚਿਤ ਕਰੋ ਤੇ ਉਹਨਾਂ ਨੂੰ ਦੱਸੋ ਕਿ ਹਾਂ ਵੀ ਆਹ ਬੰਦਾ ਜਿਹੜਾ ਹੈ ਉਹ ਆਹ ਚੀਜ਼ਾਂ ਕਰ ਰਿਹਾ ਜੋ ਕਿ ਗਲਤ ਹੋ ਸਕਦੀਆਂ, ਕਿਉਂਕਿ ਸਾਡਾ ਅੰਦੋਲਨ ਜੋ ਕਿ 61 ਦਿਨ ਅੱਜ ਹੋ ਚੁੱਕੇ ਨੇ, ਮੈਂ ਕਹਿੰਦਾ ਇੱਕ ਵੀ ਕੋਈ ਇਹੋ ਜਿਹੀ ਹਿੰਸਾ ਸਾਡੇ ਵੱਲੋਂ ਕੋਈ ਵੀ ਨਹੀਂ ਵਾਪਰੀ ਹੈ ਤੇ ਪੂਰਾ ਅੰਦੋਲਨ ਸ਼ਾਂਤਮਈ ਚੱਲ ਰਿਹਾ, ਬਿਲਕੁਲ ਸਾਫ਼ ਸੁਥਰਾ ਅੰਦੋਲਨ ਜਿਹੜਾ ਹੈ ਉਹ ਚੱਲ ਰਿਹਾ। ਸੋ ਜੇਕਰ ਅਸੀਂ ਹੋਰ ਥੋੜ੍ਹੇ ਜਿਹੇ ਅਲਰਟ ਰਵਾਂਗੇ, ਸਤਰਕ ਰਵਾਂਗੇ, ਸੋ ਜਿਹੜਾ ਸਾਡਾ 26 ਜਨਵਰੀ ਦਾ ਜਿਹੜਾ ਐਡਾ ਵੱਡਾ ਦਿਨ ਅਸੀਂ ਉਲੀਕਿਆ ਪਿਛਲੇ ਕਾਫੀ ਦਿਨਾਂ ਤੋਂ, ਅਸੀਂ ਇਸ ਦੀ ਪਲੈਨਿੰਗ ਕਰ ਰਹੇ ਹਾਂ, ਪੂਰੀ ਤਿਆਰੀਆਂ ਚੱਲ ਰਹੀਆਂ ਨੇ। ਸੋ ਉਸ ਦਿਨ ਨੂੰ ਸਕਸੈਸਫੁਲ ਬਣਾਉਣਾ ਹੈ ਜੇਕਰ ਹੈ ਤਾਂ ਉਹ ਸਾਨੂੰ ਉੱਥੇ ਅਲਰਟ ਰਹਿਣਾ ਪਵੇਗਾ। ਸੋ ਇਹ ਤੇ ਗੱਲਾਂ ਹੈ ਜਿਹੜੀਆਂ ਉੱਥੇ ਮੌਜੂਦ ਹੋਣਗੇ ਲੋਕੀ। ਸੋ ਜਿਹੜੇ ਲੋਕੀ ਘਰ ਬੈਠੇ ਨੇ ਦੋਸਤੋ, ਮੈਂ ਕਹਿੰਦਾ ਤੁਸੀਂ ਭਾਵੇਂ ਟਵਿੱਟਰ ਤੇ ਹੋ, ਭਾਵੇਂ ਇੰਸਟਾਗ੍ਰਾਮ ਤੇ ਹੋ, ਭਾਵੇਂ ਫੇਸਬੁੱਕ ਤੇ ਹੋ, ਐਂਡ ਭਾਵੇਂ ਵਟਸਐਪ ਦੇ ਉੱਪਰ ਹੋ,
ਮੈਂ ਕਹਿੰਦਾ ਪੂਰਾ ਦਿਨ ਲਾ ਕੇ ਨਾ ਬਸ ਤੁਸੀਂ ਸਾਰੀਆਂ ਵੀਡੀਓਜ਼ ਫੋਟੋਜ਼ ਚੰਗੀ ਤਰ੍ਹਾਂ ਜਿਹੜੀ ਹੈ ਉਹ ਚੰਗੀ ਤਰ੍ਹਾਂ ਸ਼ੇਅਰ ਕਰਨੀਆਂ ਐਂਡ ਵਧੀਆ ਤੋਂ ਵਧੀਆ ਜਿਹੜੇ ਹੈਸ਼ਟੈਗਸ ਨੇ ਜਿਹੜੇ ਟ੍ਰੈਂਡਿੰਗ ਹਰ ਰੋਜ਼ ਚੱਲਦੇ ਨੇ ਉਹਨਾਂ ਨੂੰ ਦੇਖੋ ਐਂਡ ਸੇਮ ਹੈਸ਼ਟੈਗ ਤੁਸੀਂ ਆਪਣੀ ਪੋਸਟ ਵਿੱਚ ਪਾਓ ਐਂਡ ਵੱਧ ਤੋਂ ਵੱਧ ਉਹਨਾਂ ਨੂੰ ਸ਼ੇਅਰ ਕਰੋ, ਆਪਣੇ ਸਾਰੇ ਦੋਸਤਾਂ ਨੂੰ ਵੀ ਕਰੋ ਕਿ ਪੂਰੀ ਦੁਨੀਆ ਨੂੰ ਪਤਾ ਚੱਲ ਜਾਵੇ, ਇੱਕ ਇੱਕ ਨਿੱਕੇ ਨਿੱਕੇ ਕੋਨੇ ਦੇ ਵਿੱਚ ਜਿਹੜੇ ਲੋਕੀ ਨੇ ਉਹਨਾਂ ਨੂੰ ਪਤਾ ਚੱਲ ਜਾਵੇ ਕਿ ਹਾਂ ਵੀ ਭਾਰਤ ਵਿੱਚ ਦਿੱਲੀ ਦੇ ਵਿੱਚ ਕੀ ਹੋ ਰਿਹਾ, ਕੀ ਮੰਗਾਂ ਨੇ, ਕੀ ਕਾਰਨ ਹੈ ਤੇ ਸਾਡੀ ਜਿਹੜੀ ਬੇਸ਼ਰਮ ਸਰਕਾਰ ਹੈ ਉਹ ਕਿਉਂ ਨਹੀਂ ਇਹਨਾਂ ਦਾ ਕਹਿਣਾ ਮੰਨ ਰਹੀ। ਮੋਦੀ ਜੀ ਤੁਹਾਡੇ ਵਰਗੇ ਬੜੇ ਜਿਹੜੇ ਟੈਕਨੀਕਲੀ ਸੋਚਦੇ ਨੇ, ਬਹੁਤ ਸਾਰੇ ਸਾਡੇ ਨੌਜਵਾਨ ਨੇ ਜਿਨ੍ਹਾਂ ਨੇ ਆਈਟੀ ਸੈੱਲ ਬਹੁਤ ਖੂਬੀ ਤਰੀਕੇ ਦੇ ਨਾਲ ਚਲਾਇਆ ਹੋਇਆ। ਜੇ ਗੱਲ ਕਰ ਲਈਏ ਕਿ ਪਹਿਲੀ ਵਾਰੀ ਹੋਇਆ ਸੀ ਕਿ ਇਸ ਸੰਘਰਸ਼ ਦੇ ਵਿੱਚ ਜਿਹੜਾ ਹੈ ਆਈਟੀ ਸੈੱਲ ਜਿਹੜਾ ਹੈ ਉਹਨੇ ਇੱਕ ਚੰਗੇ ਤਰੀਕੇ ਨਾਲ ਉਭਾਰ ਲਿਆਂਦਾ ਔਰ ਜਿਹੜਾ ਬੀਜੇਪੀ ਦਾ ਆਈਟੀ ਸੈੱਲ ਲੱਖਾਂ ਕਰੋੜਾਂ ਰੁਪਈਏ ਲਾ ਕੇ ਬਣਿਆ ਸੀਗਾ, ਉਹਨੂੰ ਪਹਿਲੀ ਵਾਰ ਟਵਿੱਟਰ ਨੇ ਫਟਕਾਰ ਲਾਈ ਸੀ ਵੀ ਬਈ ਨਾ ਇਹ ਗੱਲ ਨਹੀਂ, ਤੁਸੀਂ ਵਾਇਲੈਂਸ ਨਹੀਂ ਕ੍ਰੀਏਟ ਕਰਨਾ। ਸੋ ਕਿਤੇ ਨਾ ਕਿਤੇ ਇੱਕ ਚੰਗੀਆਂ ਗੱਲਾਂ ਨੇ। ਔਰ ਇੱਕ ਉੱਡਦੀ ਖਬਰ ਜਿਹੜੀ ਸੰਘਰਸ਼ ਨੂੰ ਲੈ ਕੇ ਆਉਂਦੀ ਆ ਉਹ ਹੁਣ ਕੱਲ ਬਿਆਨਬਾਜ਼ੀ ਸੀ। ਕੱਲ ਬਿਆਨਬਾਜ਼ੀ ਉਹ ਕਹਿੰਦੇ ਜੀ ਪਾਕਿਸਤਾਨ ਜਿਹੜੇ ਨੇ ਉਹ ਪਰੇਡ ਦੇ ਵਿੱਚ ਦਹਿਸ਼ਤਗਰਦੀ ਕਰ ਸਕਦੇ ਨੇ। ਸੋ ਬਿਆਨ ਆ ਗਏ। ਸਾਡੇ ਲੀਡਰਾਂ ਦਾ ਇੱਕ ਬਹੁਤ ਚੁਣਿਆ ਜਿਹਾ ਸੋਹਣਾ ਜਿਹਾ ਬਿਆਨ ਹੁੰਦਾ, ਜਿਹੜੀ ਕੋਈ ਗੱਲ ਹੁੰਦੀ ਅਸੀਂ ਪਾਕਿਸਤਾਨ ਦੇ ਸਿਰ ਤੇ ਮੜ ਦਿੰਦੇ ਹਾਂਜੀ ਬਈ ਇਹਦੇ ਵਿੱਚ ਪਾਕਿਸਤਾਨ ਦਾ ਹੱਥ ਹੈ। ਹੁਣ ਕਿਸਾਨਾਂ ਨੇ ਵੀ ਬੜੇ ਟਵਿੱਟਰ ਹੈਂਡਲ ਜਿਹੜੇ ਨੇ ਉਹ ਬੈਨ ਕੀਤੇ ਨੇ, ਉਹਨਾਂ ਦੀ ਰਿਪੋਰਟ ਕੀਤੀ ਹੈ ਤੇ ਇੱਦਾਂ ਬਹੁਤ ਸਾਰੇ ਟਵਿੱਟਰ ਹੈਂਡਲ ਨੇ ਜਿਹੜੇ ਪਾਕਿਸਤਾਨ ਤੋਂ ਚੱਲ ਰਹੇ ਨੇ, ਪਾਕਿਸਤਾਨ ਲਈ ਚੱਲਦੇ ਨੇ ਜਾਂ ਫਿਰ ਕਹਿ ਲਓ ਕਿ ਦਹਿਸ਼ਤਗਰਦਾਂ ਲਈ ਚੱਲਦੇ ਨੇ। ਕਿਤੇ ਨਾ ਕਿਤੇ ਕਿਸੇ ਵੀ ਕਮਿਸ਼ਨ ਦੇ ਲਈ, ਸਰਕਾਰਾਂ ਦੇ ਲਈ ਇਹ ਗੱਲਾਂ ਕਰਨੀਆਂ ਚੰਗੀਆਂ ਨਹੀਂ ਹੈ। ਇੰਦਾ ਲੱਗਦਾ ਹੈ ਕਿ ਇਹ ਆਪਦੇ ਸਿਰ ਆਪ ਹੀ ਖੇ ਪਾਈ ਜਾ ਰਹੇ ਨੇ, ਕਿਉਂਕਿ ਇਹ ਬਿਆਨ ਜਿਹੜਾ ਹੈ ਬਹੁਤ ਤਕਿਆਨੂਸੀ ਹੈ। ਕੱਲ ਪਰਸੋਂ ਦੀਆਂ ਅਸੀਂ ਖਬਰਾਂ ਦੇਖ ਰਹੇ ਹਾਂ, ਲਗਾਤਾਰ ਮੀਡੀਆ ਦੇ ਵਿੱਚ ਖਬਰਾਂ ਮੁਹੱਜੀ ਆ ਰਹੀਆਂ ਨੇ ਕਿ ਫਲਾਣੇ ਥਾਂ ਤੋਂ ਇੰਨੀਆਂ ਸਰੰਗਾਂ ਫੜ ਲਈਆਂ, ਫਲਾਣੇ ਥਾਂ ਤੋਂ ਆਹ ਮਿਲ ਗਿਆ, ਕਿਤੇ ਨਾ ਕਿਤੇ 26 ਜਨਵਰੀ ਨੂੰ ਘਾਹ ਲਾਉਣ ਦੀ ਗੱਲ ਸੀ, ਇਸ ਕਰਕੇ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੈ। ਜਿਹੜੇ ਸਾਡੇ ਆਮ ਲੋਕ ਨੇ ਜਿਹੜੇ ਸੱਤ ਤੇ ਬਹਿ ਕੇ ਅਖਬਾਰਾਂ ਪੜ੍ਹਦੇ ਸੀਗੇ, ਸਿਰਫ ਅਖਬਾਰ ਪੜ੍ਹ ਕੇ ਛੱਡ ਦਿੰਦੇ ਸੀ, ਹੁਣ ਉਹਨਾਂ ਨੇ ਨਾ ਖਬਰਾਂ ਨੂੰ ਘਾਲਣਾ ਸ਼ੁਰੂ ਕਰਤਾ, ਘੋਗਣਾ ਸ਼ੁਰੂ ਕਰ ਦਿੱਤਾ ਕਿ ਇਹ ਖਬਰ ਦੇ ਵਿੱਚ ਹੈ ਕੀ। ਸੋ ਖਬਰ ਦੇ ਵਿੱਚੋਂ ਉਹਨਾਂ ਨੇ ਹੁਣ ਚੀਜ਼ਾਂ ਚੱਕ ਲਈਆਂ ਨੇ, ਚੱਕ ਇਸ ਹਿਸਾਬ ਨਾਲ ਲਈਆਂ ਕਿ ਉਹ ਪਤਾ ਹੈ ਕਿ ਇਹ ਸਰਕਾਰਾਂ ਜਿਹੜੀਆਂ ਨੇ ਸਾਡਾ ਧਿਆਨ ਬਤਾਉਣ ਲਈ ਕਦੀ ਤਾਂਡਵ ਵਰਗੀ ਜਿਹੜੀ ਇੱਕ ਵੈਬ ਸੀਰੀਜ਼ ਹੈ ਉਹਦੀ ਗੱਲ ਕਰਦੀਆਂ ਨੇ, ਕਦੀ ਇਹ ਗੱਲ ਕਰਦੀਆਂ ਕਿ ਪਾਕਿਸਤਾਨ ਨੇ ਆਹ ਕਰ ਦਿੱਤਾ, ਤੇ ਹੁਣ ਇਹ ਕਹਿੰਦੀਆਂ ਜੀ ਪਾਕਿਸਤਾਨ ਜਿਹੜਾ ਹੈ 26 ਦੀ ਪਰੇਡ ਜਿਹੜੀ ਹੈ ਉਹਨੂੰ ਜਿਹੜਾ ਹੈ ਹਿਲਾਉਣ ਦੇ ਚੱਕਰਾਂ ਦੇ ਵਿੱਚ ਹੈ। ਸੋ ਕਿਤੇ ਨਾ ਕਿਤੇ ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਨੇ। ਸਰਕਾਰ ਜਿਹੜੀ ਹੈ ਉਹਨੂੰ ਲੱਗਦਾ ਹੈ ਕਿ ਹੁਣ ਹਿੱਲ ਗਈ ਹੈ, ਪਰ ਉਹ ਹੁਣ ਹੱਥ ਕੰਡੇ ਅਪਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਖੈਰ ਸਾਹਿਬ, ਜੇਕਰ ਗੱਲ ਕਰੀਏ ਕੱਲ ਲੁਧਿਆਣਾ ਤੋਂ ਜਿਹੜੇ ਸਾਂਸਦ ਨੇ ਰਵਨੀਤ ਸਿੰਘ ਬਿੱਟੂ ਤੇ ਉਹਨਾਂ ਦੇ ਨਾਲ ਵਿਧਾਇਕ ਜਿਹੜੇ ਨੇ ਕੁਲਬੀਰ ਸਿੰਘ ਜੀਰਾ, ਉਹ ਦਿੱਲੀ ਜਾਂਦੇ ਨੇ। ਦਿੱਲੀ ਉਹਨਾਂ ਦੇ ਨਾਲ ਕੁਝ ਘਟਨਾ ਹੁੰਦੀ ਹੈ ਕਿ ਹਾਂ ਵੀ ਪਹਿਲਾਂ ਤਾਂ ਜਿਹੜੇ ਕਿਸਾਨ ਨੇ ਉੱਥੇ ਉਹਨਾਂ ਦਾ ਵਿਰੋਧ ਕਰਦੇ ਨੇ, ਉਹਨਾਂ ਦੇ ਖਿਲਾਫ ਨਾਅਰੇ ਲਾਉਂਦੇ ਨੇ, ਫਿਰ ਕੁਝ ਅਣਪਛਾਤੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਉੱਪਰ ਹਮਲਾ ਕਰ ਦਿੰਦੇ ਨੇ, ਜਿਸ ਤੋਂ ਬਾਅਦ ਜਿਹੜੀ ਸਿਆਸਤ ਹੈ ਉਹ ਕਾਫੀ ਗਰਮਾ ਜਾਂਦੀ ਹੈ। ਜਿਹੜੀ ਕਾਂਗਰਸ ਹੈ ਉਹ ਕਦੀ ਆਮ ਆਦਮੀ ਪਾਰਟੀ ਦਾ ਨਾਮ ਲੈਂਦੀ ਹੈ ਤੇ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਬੀਜੇਪੀ ਦਾ ਨਾਮ ਲੈਂਦੀ ਹੈ। ਸੋ ਇੱਕ ਦੂਜੇ ਦਾ ਨਾਮ ਲਿੱਤਾ ਜਾ ਰਿਹਾ ਹੈ। ਨੋ ਡਾਊਟ ਸਾਡੇ ਜਿਹੜੇ ਕਿਸਾਨ ਨੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਾਰੇ ਜਿਹੜੇ ਵਿਧਾਇਕ ਨੇ, ਸਾਂਸਦ ਨੇ, ਉਹਨਾਂ ਦਾ ਘਿਰਾਓ ਕਰਦੇ ਰਹੇ ਨੇ, ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਰਹੇ ਨੇ, ਪਰ ਕਿਸੇ ਨੇ ਵੀ ਹੁਣ ਤੱਕ ਕਿਸੇ ਦੇ ਉੱਪਰ ਹੱਥ ਵਗੈਰਾ ਨਹੀਂ ਚੁੱਕਿਆ। ਸੋ ਵਾਕਈ ਜੇਕਰ ਇਹ ਘਟਨਾ ਹੁੰਦੀ ਹੈ ਤਾਂ ਸਾਰਿਆਂ ਨੂੰ ਪਤਾ ਹੈ ਕਿ ਕਿਸਾਨ ਜਿਹੜਾ ਹੈ ਉਹ ਕਦੀ ਵੀ ਇੱਦਾਂ ਨਹੀਂ ਕਰ ਸਕਦਾ। ਉਹ ਜਿਹੜਾ ਅੰਨ ਉਗਾਉਣ ਵਾਲਾ ਇਨਸਾਨ ਹੈ ਉਹ ਕਦੀ ਕਿਸੇ ਤੇ ਹੱਥ ਨਹੀਂ ਉਗਾਉਂਦਾ, ਲੋਕਾਂ ਦਾ ਢਿੱਡ ਭਰਦਾ। ਸੋ ਇਸ ਪੂਰੀ ਘਟਨਾ ਦੇ ਵਿੱਚ ਖੈਰ ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈ। ਕਿਸੇ ਅਣਪਛਾਤੇ ਵਿਅਕਤੀ, ਸ਼ਰਾਰਤੀ ਅੰਸਰ ਜਾਂ ਆਪਣੇ ਹੀ ਪੈਦਾ ਕੀਤੇ ਹੋ ਸਕਦੇ ਇਨਸਾਨ ਜਿਹੜੇ ਇਸ ਪੂਰੀ ਘਟਨਾ ਨੂੰ ਜਿਹਨਾਂ ਨੇ ਅੰਜਾਮ ਦਿੱਤਾ ਹੋ ਸਕਦਾ। ਸੋ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ, ਪਰ ਇਸ ਪੂਰੀ ਘਟਨਾ ਦੇ ਉੱਪਰ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਕੱਲ ਸਿੰਘੂ ਬਾਰਡਰ ਦੇ ਉੱਤੇ ਜਿਹੜਾ ਉਤੋਂ ਪਰਾਂ ਆ ਕੇ ਜਿਹੜਾ ਗੁਰੂ ਤੇਗ ਬਹਾਦਰ ਮੈਮੋਰੀਅਲ ਹੈ, ਉੱਥੇ ਜਨ ਜਿਹੜੀ ਇੱਕ ਸੰਸਦ ਹੈ ਉਹ ਲਾਉਣ ਲਈ ਜਿਹੜੇ ਸੀਗੇ ਰਵਨੀਤ ਬਿੱਟੂ ਤੇ ਨਾਲ ਉਹਨਾਂ ਦੇ ਕੁਲਬੀਰ ਜੀਰਾ ਹੋਣੇ ਕਿ ਜੀ। ਵੈਸੇ ਮੈਂ ਪਹਿਲਾਂ ਕੁਲਬੀਰ ਜੀਰਾ ਦਾ ਕਲੀਅਰ ਕਰਦਾ ਕਿ ਕਈ ਵਾਰ ਇੱਦਾਂ ਹੁੰਦਾ ਨਾ ਕਿ ਆਟੇ ਨਾਲ ਪਰੇਥਣ ਜਿਹੜਾ ਹੁੰਦਾ ਹੈ ਉਹ ਐਵੇਂ ਕੁੱਟਿਆ ਜਾਂਦਾ, ਇਹ ਕੁਲਬੀਰ ਜੀਰੇ ਨਾਲ ਇਹੀ ਹੋਇਆ। ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਮੇਰੇ ਨਾਲ ਆਹ ਕੁਝ ਹੋ ਜਾਣਾ ਆ। ਸੋ ਜੇ ਤੁਸੀਂ ਧੱਕਾ ਮੁੱਕੀ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਕਿ ਰਵਨੀਤ ਬਿੱਟੂ ਵਾਲੀ ਗੱਲ 'ਚ ਮੁੱਕੀ ਜ਼ਿਆਦਾ ਹੋਈ ਆ, ਧੱਕਾ ਘੱਟ ਹੋਇਆ। ਸੋ ਇੱਕ ਗੱਲ ਤਾਂ ਇਹ ਆ। ਦੂਸਰੀ ਗੱਲ, ਰਵਨੀਤ ਬਿੱਟੂ ਜਿਹੜੇ ਨੇ ਉਹ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਸੀਗਾ, ਜਦੋਂ ਦਾ ਕਿਸਾਨੀ ਸੰਘਰਸ਼ ਚੱਲਣ ਡਿਆ ਨਾ, ਇਹਨਾਂ ਦੇ ਬਿਆਨ ਜਿਹੜੇ ਨੇ ਉਹ ਇੱਦਾਂ ਲੱਗਦਾ ਸੀ ਕਿ ਸ਼ਾਇਦ ਇਹ ਸਮਝਦੇ ਨਹੀਂ ਹੈਗੇ ਕਿ ਇਹ ਕੀ ਚੱਲ ਰਿਹਾ। ਬੰਦਾ ਕਈ ਵਾਰ ਕਹਿੰਦੇ ਹੁੰਦੇ ਨਾ ਕਿ ਜੇ ਨਹੀਂ ਬੋਲਣਾ ਆਉਂਦਾ ਤਾਂ ਨਾ ਹੀ ਬੋਲੇ। ਔਰ ਇਹ ਕਹਿੰਦੇ ਸੀ ਜੀ ਮੈਂ ਤਾਂ ਲੋਕ ਅਦਾਲਤ ਕਰਨੀ ਹੈ, ਤੁਸੀਂ ਸੰਸਦਾਂ ਤੋਂ ਬਿਨਾਂ ਕਿੱਦਾਂ ਇਸ ਮਸਲੇ ਨੂੰ ਹੱਲ ਕਰ ਲਓਗੇ। ਕਿਤੇ ਨਾ ਕਿਤੇ ਇੱਕ ਵੱਡੀ ਜਿਹੜੀ ਚੀਜ਼ ਹੈ ਉਹਨੂੰ ਸਮਝਣ ਦੀ ਲੋੜ ਹੈ। ਨਾ ਤਾਂ ਕਾਂਗਰਸ ਦਾ ਵਜੂਦ ਰਿਹਾ, ਨਾ ਹੀ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਰਿਹਾ, ਨਾ ਹੀ ਬੀਜੇਪੀ ਦਾ ਵਜੂਦ ਰਿਹਾ। ਪਿਛਲੇ ਜਦੋਂ ਦਾ ਸੰਘਰਸ਼ ਚੱਲ ਰਿਹਾ ਹੈ, ਹੁਣ ਘਰਾਓ ਹੋਣੇ ਸ਼ੁਰੂ ਹੋ ਗਏ ਸੀ ਬੀਜੇਪੀ ਲੀਡਰਾਂ ਦੇ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ। ਪੋਲੀਟੀਕਲ ਪਾਰਟੀਆਂ ਮੰਨਫੀ ਹੋ ਗਈਆਂ ਇਹਨਾਂ ਸਾਰੇ ਸਿਸਟਮ ਦੇ ਵਿੱਚੋਂ। ਇਹਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਜਿਹੜਾ ਹੈ ਇੱਕ ਰਿੰਗ ਲੀਡਰ ਬਣ ਜਾਊਂਗਾ, ਮੈਂ ਲੀਡਰ ਬਣ ਕੇ ਆਊਂਗਾ ਸਾਹਮਣੇ, ਮੈਂ ਇੱਕ ਚੰਗਾ ਜਿਹੜਾ ਹੈ ਇੱਕ ਕਹੂੰਗਾ ਜੀ ਮੈਂ ਤੁਹਾਡਾ ਮਸਲਾ ਸੁਲਝਾਉਣਾ ਆ। ਉਹ ਮਸਲਾ ਸੁਲਝਾਉਣ ਦੇ ਚੱਕਰ 'ਚ ਇਹ ਚੀਜ਼ਾਂ ਜਿਹੜੀਆਂ ਹੋ ਗਈਆਂ।
ਪਹਿਲਾਂ ਇਹ ਦਿੱਲੀ ਦੇ ਅੰਦਰ ਬੈਠੇ ਰਹੇ। ਦੇਖੋ ਜਿੱਦਾਂ ਚਿਰ ਇਹ ਬੈਠੇ ਰਹੇ ਆ, ਕਿਸਾਨ ਜਥੇਬੰਦੀਆਂ ਨੇ ਨਾ ਇਹਨਾਂ ਨੂੰ ਕੁਝ ਕਿਹਾ, ਨਾ ਪੁੱਛਿਆ, ਨਾ ਦੱਸਿਆ। ਮੀਡੀਆ ਨੂੰ ਪਤਾ ਸੀ ਤੁਸੀਂ ਬੈਠੇ ਆ। ਇਹਨਾਂ ਨੂੰ ਇਹ ਲੱਗਦਾ ਕਿ ਮੈਂ ਲਾਈਮਲਾਈਟ 'ਚ ਨਹੀਂ ਹੈਗਾ। ਰਵਨੀਤ ਨੂੰ ਸਪੈਸ਼ਲੀ ਇਹ ਲੱਗਦਾ ਕਿ ਮੈਂ ਲਾਈਮਲਾਈਟ ਦੇ ਵਿੱਚ ਹੈ ਨਹੀਂ ਆ, ਮੈਨੂੰ ਲਾਈਮਲਾਈਟ ਦੇ ਵਿੱਚ ਆਉਣ ਦੇ ਲਈ ਇਹ ਸਭ ਕੁਝ ਕਰਨਾ ਪੈਣਾ ਆ। ਔਰ ਉਹ ਆਪਾਂ ਦੇਖ ਹੀ ਲਿਆ ਕਿ ਲਾਈਮਲਾਈਟ ਦੇ ਵਿੱਚ ਚੱਕੇ ਦੇ ਨਾਲ 5 ਜਿਹੜੇ ਵਿਧਾਇਕ ਲਏ ਸੀਗੇ। ਡਿੰਪਾ ਜਿਹੜਾ ਸੀਗਾ ਉਹਨੇ ਕੀ ਉੱਤੇ ਖੂਦ ਖਿਲਾਰ ਦਿੱਤਾ ਸੀ। ਬਾਅਦ ਚੋਂ ਪਤਾ ਲੱਗਿਆ ਕਿ ਸ਼ਾਇਦ ਉਹ ਕਹਿੰਦੇ ਸੀ ਉਹਨੇ ਕੋਈ ਟਲਾਈ ਵੀ ਹੋਈ ਸੀਗੀ। ਸੋ ਇੱਕ ਤਰੀਕੇ ਦੇ ਨਾਲ ਰਵਨੀਤ ਬਿੱਟੂ ਨੂੰ ਸਮਝ ਨਹੀਂ ਹੈਗੀ। ਉਹ ਹਾਈ ਕਮਾਂਡ ਦੇ ਚੱਕਰਾਂ ਦੇ ਵਿੱਚ ਤੁਰਿਆ ਫਿਰਦਾ। ਉਹਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਇਹ ਅੰਦੋਲਨ ਜਿਹੜਾ ਹੈ ਉਹਦੇ ਤੋਂ ਕੁਝ ਖੱਟ ਲੂੰਗਾ ਤੇ ਹਾਈ ਕਮਾਂਡ ਜਿਹੜੀ ਹੈ ਮੈਨੂੰ ਕਿਤੇ ਹੋਰ ਬਿਠਾ ਲੂਗੀ ਜਾਂ ਮੈਂ ਵਧੀਆ ਤਰੀਕੇ ਦੇ ਨਾਲ ਉੱਭਰ ਕੇ ਸਾਹਮਣੇ ਆ ਜਾਊਂਗਾ। ਸੋ ਲਾਲਚ ਬੁਰੀ ਬਲਾ ਆ, ਇਹ ਸਾਹਮਣੇ ਆ ਗਿਆ ਰਵਨੀਤ ਬਿੱਟੂ ਹੁਣਾਂ ਨੇ। ਪਰ ਜਿਹੜੀ ਕੱਲ ਪ੍ਰੈਸ ਕਾਨਫਰੰਸ ਹੋਈ, ਮੈਂ ਬਾਰ-ਬਾਰ ਕਹਿਣਾ ਕਿ ਉਹਦੇ ਵਿੱਚ ਜਿਹੜਾ ਸੰਯੁਕਤ ਮੋਰਚਾ ਸੀ ਉਹਨਾਂ ਨੇ ਕਿਹਾ ਵੀ ਸਾਡਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਾਨੂੰ ਪਤਾ ਵੀ ਨਹੀਂ ਹੈਗਾ ਕਿ ਉਹ ਆਇਆ ਕਿ ਨਹੀਂ ਆਇਆ, ਔਰ ਜਿਨ੍ਹਾਂ ਨੇ ਉਹਦੇ ਨਾਲ ਕੋਈ ਧੱਕਾ ਮੁੱਕੀ ਕੀਤੀ ਹੈ ਉਹਨਾਂ ਦਾ ਕੋਈ ਪਰਸਨਲੀ ਉਹਨਾਂ ਦੀ ਆਪਣੀ ਕੋਈ ਰੰਜਿਸ਼ ਹੋ ਸਕਦੀ ਹੈ। ਸਾਡੀ ਕਿਸਾਨ ਜਥੇਬੰਦੀਆਂ ਦੀ ਕੋਈ ਰੰਜਿਸ਼ ਨਹੀਂ ਹੈਗੀ। ਸੋ ਇਹ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ। ਪਰ ਇੱਥੇ ਰਵਨੀਤ ਬਿੱਟੂ ਨੂੰ ਸਮਝਣ ਦੀ ਲੋੜ ਹੈ, ਉਹਨੂੰ ਕਿਉਂ ਜਾਣ ਦੀ, ਉੱਥੇ ਕਿਉਂ ਜਾਣਾ ਆ। ਸੋ ਖੈਰ ਸਾਹਿਬ, ਵਾਕਈ ਤੁਸੀਂ ਜਿਹੜਾ ਪਹਿਲਾਂ ਹੀ ਜਵਾਬ ਦੇ ਚੁੱਕੇ ਹੋ ਕਿ ਲਾਈਮਲਾਈਟ 'ਚ ਆਉਣਾ ਚਾਹੁੰਦੇ ਸੀਗੇ। ਇਹੀ ਕਾਰਨ ਹੈ ਕਿ ਕੱਲ ਉਹਨਾਂ ਦੇ ਨਾਲ ਕੋਈ ਸਿਕਿਉਰਿਟੀ ਪਰਸਨ ਹੀ ਨਹੀਂ ਸੀਗਾ ਜੀ। ਕਿ ਕਿਵੇਂ ਕੋਈ ਆਮ ਵਿਅਕਤੀ ਤੁਹਾਡੇ ਕੋਲ ਆ ਕੇ ਪਹੁੰਚ ਜਾਂਦਾ ਹੈ, ਤੁਹਾਡੇ ਤੇ ਹੱਥ ਚੁੱਕਦਾ ਹੈ, ਤੁਹਾਡੀ ਪਗੜੀ ਤੱਕ ਤੁਹਾਡੀ ਉਤਾਰ ਦਿੰਦਾ ਹੈ। ਸੋ ਮੈਨੂੰ ਲੱਗਦਾ ਕਿ ਸ਼ਾਇਦ ਕਿਤੇ ਨਾ ਕਿਤੇ, ਖੈਰ ਸਾਹਿਬ ਚਲੋ ਆਪਾਂ ਐਲੀਗੇਸ਼ਨ ਨਹੀਂ ਲਾ ਸਕਦੇ, ਪਰ ਕਿਤੇ ਨਾ ਕਿਤੇ ਹੋ ਸਕਦਾ ਕਿ ਇਹਨਾਂ ਦੇ ਆਪਣੇ ਹੀ ਪਲਾਨ ਹੋਣ ਕਿ ਭਾਵੇਂ ਸੁਰਖੀਆਂ ਵਿੱਚ ਕਿਤੇ ਨਾ ਕਿਸੇ ਤਰੀਕੇ ਨਾਲ ਆਇਆ ਜਾਵੇ। ਸੋ ਮਾੜਾ ਤਰੀਕਾ ਉਹਨਾਂ ਨੇ ਅਪਣਾਇਆ, ਅਗਲੀ ਵਾਰੀ ਕੋਈ ਹੋਰ ਨਵੀਂ ਪਲਾਨਿੰਗ ਨਾਲ ਉਹਨਾਂ ਨੂੰ ਆਉਣਾ ਪਵੇਗਾ। ਸੋ ਦੋਸਤੋ, ਜਿਵੇਂ ਕਿ ਅਸੀਂ ਪਹਿਲਾਂ ਹੀ ਗੱਲ ਕੀਤੀ ਕਿ 25 ਜਨਵਰੀ ਇਹ ਤਿਆਰੀਆਂ ਪੂਰੀਆਂ ਮੁਕੰਮਲ ਹੋ ਚੁੱਕੀਆਂ ਨੇ। ਸੋ ਤੁਸੀਂ ਵੀ ਆਪਣੀ ਤਿਆਰੀ ਹੈ ਪੂਰੀ ਚੰਗੀ ਤਰ੍ਹਾਂ ਦਿਖਾਣੀ ਹੈ, ਆਪਣਾ ਪੂਰਾ ਸਰਗਰਮੀ ਦੇ ਨਾਲ ਤੁਸੀਂ ਆਪਣਾ ਪਾਰਟਿਸਿਪੇਸ਼ਨ ਕਰਨੀ ਹੈ। ਦੁਨੀਆ ਦੇ ਜਿਸ ਮਰਜ਼ੀ ਕੋਨੇ ਤੁਸੀਂ ਬੈਠੇ ਹੋਵੋ, 26 ਜਨਵਰੀ ਨੂੰ ਤੁਸੀਂ ਸਾਰਿਆਂ ਨੇ ਸਕਸੈਸਫੁਲ ਬਣਾਉਣਾ ਹੈ। ਸੋ ਐਸੀ ਦੋਸਤੋ ਸਾਡਾ ਅੱਜ ਦਾ ਪ੍ਰੋਗਰਾਮ ਮੁੱਦਾ, ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਡੇ YouTube ਚੈਨਲ ਪੰਜਾਬ ਮਿਲ USA TV ਦੇ ਉੱਪਰ ਜਾ ਕੇ ਤੁਸੀਂ ਸਾਡਾ ਜਿਹੜਾ ਚੈਨਲ ਹੈ ਉਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਐਂਡ ਵੀਡੀਓ ਨੂੰ ਦੁਬਾਰਾ ਦੇਖ ਕੇ ਤੁਸੀਂ ਇਸ ਦੇ ਉੱਪਰ ਕਮੈਂਟ ਆਪਣਾ ਹੈ ਜਿਹੜਾ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ।